ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। हे प्राणनाथ गोविंदे कृपा निधान जगत गुरु। हे संसार ताप हरणे करुणा में सब दुख हरो। हे शरण जोग दयाले दीनानाथ मया करो। शरीर स्वस्थ क्षीण समय सिमरंत नानक राम दामोदर माधवे। वाहिगुरु जी का खालसा वाहिगुरु जी की फतेह। गुरु रूप साध संगत जीओ, दास ने एक प्रकरण लड़ीवार आप जी के सामने रखे है। गुर कृपा जह नरको कीनी तैं ए जुगत पछानी। गुरु की कृपा हो गई है, ये पता किस तरह चलेगा। जीवन जुगती आ गई, जुगती का पता चल गया। किहड़ी जुगती का कि गोबिंद च लीन किवें होना। नानक लीन भयो गोबिंद सिंह ज्यों पानी संग पानी। इस जुगती का पता चल गया, जुगती नूं वरतिया। असी गोबिंद च ऐसे लीन हो गए जैसे बूंद सागर दे च लीन हो जाती। साडे कोल तन है, मन है, जीव आत्मा है, फिर व्यापक परमात्मा है। परमात्मा नूं सूरज गिण लईए, मन लईए, जीव आत्मा उसकी किरण है। फिर किरण तो जो चानना है वो साडा मन है। इस मन दे चानने तो जो कुछ होंद दे च आया है वो ये साडा तन है। परमात्मा, जीव आत्मा, मन ते ए तन। तन पदार्थ है, संसार का हिस्सा है और इस समय दे च बने, वक़्त दे च बने। चूँकि वक़्त दे च बने, वक़्त समा इसनों मिटा भी देवेगा। ये भासदा पिया सिर्फ किरण करके। किरण ना होवे तो ये नहीं भासेगा, प्रकाश करके भासता है। भरतरी तो ऐसा कहता है ये सारा संसार मेरे मन तो बने है। किस तरह? किरण दे प्रकाश तो सब कुछ दिखाई देता है, प्रगट होया है। ना होवे तो कुछ भी नहीं है, कुछ भी नहीं है। इसनों वो इस तरह बयान करता है, मोह मन को अज खल मृद पिंड मखलूक कर एकत्र चिंता चक्र पर धरे हैं। वो जिहड़ा परमात्मा है उन्हों कुमार कहता है। राजयोगी भरतरी वो कहता है जिहड़ा मेरा मन है ये मिट्टी है। परमात्मा ने वासना का पानी पा के इसनों खूब गुनिया, इन्हों गुनिया। ये भी खुलासा करांगे। इनू गुन के
ਫਿਰ ਮੇਰੇ ਮਨ ਨੂੰ ਉਸਨੇ ਰੱਖ ਦਿੱਤਾ ਹੈ ਚਿੰਤਾ ਦੇ ਚੱਕਰ ਤੇ। ਕਰ ਇਕੱਤਰ ਚਿੰਤਾ ਚੱਕਰ ਪਰ ਧਰੇ ਹੈ। ਇਹਨੂੰ ਕਹਿੰਦੇ ਨੇ ਰੂਪਕ ਅਲੰਕਾਰ ਬਣਾ ਕੇ ਸਮਝਾਣਾ। ਕੁਮਾਰ ਦਾ ਰੂਪ ਘੜ ਕੇ ਪਰਮਾਤਮਾ ਨੂੰ ਕੁਮਾਰ ਸਾਬਤ ਕਰਨਾ, ਇਹਨੂੰ ਰੂਪਕ ਅਲੰਕਾਰ ਕਰਕੇ ਕਹਿੰਦੇ। ਮੋਹ ਮਨ ਕੋ ਅਜ ਖਲ ਮ੍ਰਿਦ ਪਿੰਡ ਮਖਲੂਕ, ਕਰ ਇਕੱਤਰ ਚਿੰਤਾ ਚੱਕਰ ਪਰ ਧਰੇ ਹੈ। ਦੁਖ ਮਾਂਝ ਦੁਖ ਹੋਰ, ਲਾਭ ਹੋਤ ਸਾਂਝ ਬੋਰ, ਦੰਡ ਜੋਰ ਜੋਰ ਕਰ ਫੇਰੇ ਚੱਲ ਕਰੇ ਹੈ। ਚੱਕ ਨੂੰ ਘੁਮਾਉਂਦਾ ਹੈ ਕੁਮਾਰ ਸੋਟੇ ਨਾਲ, ਡੰਡੇ ਨਾਲ। ਚਿੰਤਾ ਨੂੰ ਚੱਕਰ ਕੇ ਹੈ, ਆਪਣੇ ਮਨ ਨੂੰ ਮਿੱਟੀ ਕੇ ਹੈ, ਪ੍ਰਭੂ ਨੂੰ ਕੁਮਾਰ ਕੇ ਹੈ। ਉਹਨੇ ਵਾਸ਼ਨਾ ਦਾ ਪਾਣੀ ਪਾ ਕੇ ਇਹਨੂੰ ਗੁਣਿਆ। ਵਾਸ਼ਨਾ ਇਹਦਾ ਵੀ ਥੋੜਾ ਜਿਹਾ ਰੂਪ ਤੁਹਾਡੇ ਸਾਹਮਣੇ ਮੈਂ ਬਿਆਨ ਕਰਦਿਆਂ। ਵਾਸ਼ਨਾ ਸਦਾ ਉਸੇ ਚੀਜ਼ ਦੀ ਹੁੰਦੀ ਹੈ ਜੋ ਆਪਣੇ ਕੋਲ ਨਹੀਂ ਹੈ, ਨਹੀਂ ਹੈ। ਵਾਸ਼ਨਾ ਉਸ ਦੀ ਨਹੀਂ ਆਉਂਦੀ ਜੋ ਹੈ। ਵਾਸ਼ਨਾ ਉਸ ਨੂੰ ਦੇਖਦੀ ਨਹੀਂ ਜੋ ਹੈ। ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ, ਜੋ ਨਹੀਂ ਹੈ। ਵਾਸ਼ਨਾ ਸਦਾ ਉਸ ਨੂੰ ਮੰਗਦੀ ਹੈ ਜੋ ਆਪਣੇ ਕੋਲ ਨਹੀਂ ਹੈ। ਜੋ ਆਪਣੇ ਕੋਲ ਹੈ ਉਹਨੂੰ ਵਾਸ਼ਨਾ ਨਹੀਂ ਦੇਖਦੀ। ਅਗਰ ਵਾਸ਼ਨਾ ਦੇਖਣ ਲੱਗ ਪਏ ਤਾਂ ਵਾਸ਼ਨਾ ਸਬਰ ਤੇ ਸੰਤੋਖ ਬਣ ਗਈ। ਉਤੇ ਧਰਮ ਦਾ ਮੂਲ ਤਤ ਪ੍ਰਾਪਤ ਹੋ ਗਿਆ। ਵਾਸ਼ਨਾ ਨਹੀਂ ਦੇਖਦੀ। ਜੋ ਹੱਥ ਦੇ 'ਚ ਹੈ ਵਾਸ਼ਨਾ ਉਸ ਨੂੰ ਨਹੀਂ ਦੇਖਦੀ। ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਹੱਥਾਂ ਦੇ 'ਚ ਨਹੀਂ ਹੈ। ਔਰ ਜੋ ਨਹੀਂ ਹੈ ਉਸ ਤੱਕ ਹੱਥ ਕਿਵੇਂ ਅਪੜਨ? ਵਾਸ਼ਨਾ ਫਿਰ ਯਤਨ ਕਰਦੀ ਹੈ। ਵਾਸ਼ਨਾ ਪ੍ਰੇਰਿਤ ਕਰਦੀ ਹੈ ਮਨ ਨੂੰ, ਤਨ ਨੂੰ ਇਹ ਪ੍ਰਾਪਤ ਕਰਨਾ। ਫਿਰ ਵਾਸ਼ਨਾ ਦੇ ਕੇਂਦਰ ਤਿੰਨ ਮੰਨਦੇ ਨੇ ਔਰ ਉਹ ਤਿੰਨੇ ਹੀ ਕੇਂਦਰ ਮਨ ਦੇ 'ਚ ਨੇ। ਅਹੰਕਾਰ ਵਾਸ਼ਨਾ, ਲੋਭ ਵਾਸ਼ਨਾ, ਕਾਮ ਵਾਸ਼ਨਾ, ਇਹ ਤਿੰਨੇ ਹੀ ਕੇਂਦਰ ਮਨ ਦੇ 'ਚ ਨੇ। ਅਹੰਕਾਰ ਵਾਸ਼ਨਾ ਕੀ ਮੰਗਦੀ ਹੈ? ਪ੍ਰਭਤਾ। ਕਿਹੜੀ ਪ੍ਰਭਤਾ ਮੰਗਦੀ ਹੈ? ਜੋ ਆਪਣੇ ਕੋਲ ਨਹੀਂ ਹੈ। ਪਿੰਡ ਦਾ ਚੌਧਰੀ ਹੈ ਪਰ ਵਾਸ਼ਨਾ ਹੁਣ ਦੇਖ ਰਹੀ ਹੈ MLA ਨੂੰ। ਇਸ ਚੌਧਰੀ ਨਾਲ ਕੁਛ ਨਹੀਂ, MLA ਬਣਨਾ। ਚਲੋ ਬਣ ਗਏ। ਹੁਣ ਵਾਸ਼ਨਾ ਹੋਰ ਅੱਗੇ ਚਲੀ ਗਈ। ਕੀ ਹੋਇਆ? MLA ਬਣ ਗਏ, ਮਿਨਿਸਟਰ ਬਣਨਾ। ਜੋ ਹੱਥ ਦੇ 'ਚ ਹੈ ਵਾਸ਼ਨਾ ਉਸ ਨੂੰ ਨਹੀਂ ਦੇਖਦੀ, ਕਤਈ ਨਹੀਂ ਦੇਖਦੀ। ਚਲੋ ਬਣ ਗਿਆ ਮਿਨਿਸਟਰ, ਗਾਥਾ ਕਹਿਣ ਵਾਸਤੇ ਬਣ ਗਏ। ਵਾਸ਼ਨਾ ਫਿਰ ਅੱਗੇ ਚਲੀ ਗਈ ਹੈ। ਹੁਣ ਚੀਫ ਮਿਨਿਸਟਰ ਬਣਨਾ। ਮਿਨਿਸਟਰੀ ਨਾਲ ਕੀ ਹੈ? ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ। ਵਾਸ਼ਨਾ ਰੋਜ਼ ਰੋਜ਼ ਵੱਧਦੀ ਹੈ, ਜੀਵਨ ਰੋਜ਼ ਰੋਜ਼ ਘਟਦਾ ਹੈ। ਮਨੁੱਖ ਵੱਡਾ ਨਹੀਂ ਹੋ ਰਿਹਾ, ਰੋਜ਼ ਰੋਜ਼ ਛੋਟਾ ਹੋ ਰਿਹਾ ਹੈ। ਅੱਜ ਦਾ ਇੱਕ ਦਿਨ ਲੰਘੇਗਾ, ਇੱਕ ਦਿਨ ਅਸੀਂ ਛੋਟੇ ਹੋ ਗਏ, ਵੱਡੇ ਨਹੀਂ ਹੋਏ। ਪਰ ਛੋਟਾ ਹੋਣਾ ਚੰਗਾ ਨਹੀਂ ਲੱਗਦਾ। ਕੋਈ ਸਾਨੂੰ ਆਖੇ ਇੱਕ ਦਿਨ ਤੂੰ ਛੋਟਾ ਹੋ ਗਿਆ, ਅੱਜ ਦੇ ਦਿਨ ਲੰਘ ਗਿਆ, ਇਹ ਚੰਗਾ ਨਹੀਂ ਲੱਗਦਾ। ਤੋ ਮਰਦੇ ਦਮ ਤੱਕ ਆਖਿਆ ਜਾ ਰਿਹਾ ਵੱਡਾ ਹੋ ਰਿਹਾ, ਵੱਡਾ ਹੋ ਰਿਹਾ, ਵੱਡਾ ਹੋ ਰਿਹਾ। ਗੁਰਬਾਣੀ ਨਹੀਂ ਮੰਨਦੀ ਛੋਟਾ ਹੋ ਰਿਹਾ। ਚਲੋ ਇਸਨੇ 80-90 ਸਾਲ ਜੀਵਣਾ ਹੈ। ਤੋ ਅੱਜ ਦਾ ਇੱਕ ਦਿਨ ਲੰਘ ਗਿਆ ਤੋ ਇੱਕ ਦਿਨ ਘਟ ਗਿਆ ਕਿ ਵੱਧ ਗਿਆ? ਇੱਕ ਦਿਨ ਛੋਟਾ ਹੋ ਗਿਆ ਕਿ ਵੱਡਾ ਹੋ ਗਿਆ? ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਕਹਿੰਦੇ ਨੇ, ਛਿਨ ਛਿਨ ਔਦ ਬਿਹਾਤ ਹੈ, ਫੂਟੇ ਘਟ ਜਿਉ ਪਾਣੀ। ਟੁੱਟੇ ਘੜੇ ਦੇ 'ਚ ਇੱਕ ਇੱਕ ਬੂੰਦ ਪਾਣੀ ਦਾ ਨਿਕਲ ਰਿਹਾ। ਪਾਣੀ ਵੱਧ ਰਿਹਾ ਕਿ ਘਟ ਰਿਹਾ? ਅਸੀਂ ਰੋਜ਼ ਰੋਜ਼ ਘਟ ਰਹੇ ਹਾਂ, ਵੱਡੇ ਨਹੀਂ ਹੋ ਰਹੇ। ਰੋਜ਼ ਰੋਜ਼ ਛੋਟੇ ਹੋ ਰਹੇ ਹਾਂ,
ਵੱਡੇ ਨਹੀਂ ਹੋ ਰਹੇ, ਰੋਜ਼ ਰੋਜ਼ ਵਾਸ਼ਨਾ ਵੱਡੀ ਹੁੰਦੀ ਹੈ, ਰੋਜ਼ ਰੋਜ਼ ਤਨ ਜੀਵਨ ਤੇ ਛੋਟਾ ਹੁੰਦਾ ਹੈ। ਧਰਮ ਦੀ ਯਾਤਰਾ ਕਿੱਥੋਂ ਆਰੰਭ ਹੁੰਦੀ ਹੈ? ਜਿਸ ਦਿਨ ਮਨੁੱਖ ਨੂੰ ਆਪਣਾ ਛੋਟਾ ਹੋਣਾ ਦਿਖਾਈ ਦਿੰਦਾ ਹੈ। ਇਹ ਤੇ ਛੋਟਾ ਹੋ ਰਿਹਾ, ਛੋਟਾ ਹੋ ਰਿਹਾ। ਇਹ ਛੋਟਾ ਹੋਣਾ ਮਨੁੱਖ ਦੇਖਣਾ ਨਹੀਂ ਚਾਹੁੰਦਾ। ਇਹ ਵੱਡਾ ਹੋ ਰਿਹਾ ਹੈ, ਇਹਨੂੰ ਕੁਝ ਪ੍ਰਮਾਣ ਮਿਲ ਜਾਂਦੇ ਨੇ। ਮੇਰਾ ਪਰਿਵਾਰ ਵੱਡਾ ਹੋ ਗਿਆ ਹੋਵੇਗਾ, ਤੂੰ ਤੇ ਛੋਟਾ ਹੋ ਗਿਆ। ਮੇਰਾ ਕਾਰੋਬਾਰ ਵੱਡਾ ਹੋ ਗਿਆ ਹੋਵੇਗਾ, ਤੂੰ ਤੇ ਛੋਟਾ ਹੋ ਗਿਆ। ਮੇਰੀਆਂ ਮਹਿਲ ਮਾੜੀਆਂ ਵੱਡੀਆਂ ਹੋ ਗਈਆਂ ਨੇ, ਹੋ ਗਈਆਂ ਹੋਣਗੀਆਂ, ਤੂੰ ਤੇ ਛੋਟਾ ਹੋ ਰਿਹਾ। ਮਕਾਨ ਵੱਡਾ ਹੋ ਰਿਹਾ, ਕਾਰੋਬਾਰ ਵੱਡਾ ਹੋ ਰਿਹਾ, ਪਰਿਵਾਰ ਵੱਡਾ ਹੋ ਰਿਹਾ। ਇਹਦੇ ਨਾਲ ਆਪਣੇ ਆਪ ਨੂੰ ਸਮਿਲਿਤ ਕਰਕੇ ਕਹਿੰਦਾ ਮੈਂ ਵੱਡਾ ਹੋ ਰਿਹਾ, ਮੈਂ ਵੱਡਾ ਹੋ ਰਿਹਾ, ਤੂੰ ਛੋਟਾ ਹੋ ਰਿਹਾ। ਆਪਦੀ ਗਿਆਤ ਲਈ ਅਰਜ਼ ਕਰਾਂ, ਜੋ ਐਸਾ ਸਮਝਦਾ ਹੈ ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਕੁਛ ਵੀ ਨਹੀਂ, ਮੈਂ ਮਿਟ ਜਾਵਾਂਗਾ, ਉਹ ਸਭ ਕੁਛ ਹੋ ਜਾਂਦਾ ਹੈ। ਮੈਂ ਸਭ ਕੁਛ ਹਾਂ, ਮੈਂ ਸਭ ਕੁਛ ਹਾਂ, ਯਕੀਨ ਜਾਣੋ ਇੱਕ ਦਿਨ ਨਾ ਕੁਛ ਹੋ ਜਾਂਦਾ, ਕੁਛ ਵੀ ਨਹੀਂ। ਦੋ ਨੁਕਤੇ ਤੁਹਾਡੇ ਸਾਹਮਣੇ ਹੋਰ ਵੀ ਰੱਖਦੇ ਹਾਂ, ਅਭਿਆਸੀ ਸੱਜਣਾ ਦੀ ਪਕੜ ਦੇ 'ਚ ਆਣਗੇ। ਪ੍ਰਭੂ ਦੇ ਮਾਰਗ ਤੇ ਚੱਲ ਕੇ ਅਗਰ ਕੁਛ ਨਹੀਂ ਵੀ ਪ੍ਰਾਪਤ ਹੋਇਆ ਤਾਂ ਵੀ ਬਹੁਤ ਕੁਛ ਮਿਲ ਜਾਂਦਾ ਹੈ। ਕੀ ਮਿਲ ਜਾਂਦਾ ਹੈ? ਨਹੀਂ ਮਿਲਿਆ ਪਰਮਾਤਮਾ ਨਾ ਸਹੀ, ਉਹਦੀ ਤੜਪ ਮਿਲ ਗਈ, ਉਹਦੀ ਪਿਆਸ ਮਿਲ ਗਈ। ਪ੍ਰਭੂ ਦੇ ਮਾਰਗ ਤੇ ਚੱਲ ਕੇ ਅਗਰ ਪਰਮਾਤਮਾ ਨਹੀਂ ਵੀ ਮਿਲਿਆ, ਬਹੁਤ ਕੁਛ ਮਿਲ ਜਾਂਦਾ ਹੈ। ਉਹਦੀ ਤੜਪ ਮਿਲ ਜਾਂਦੀ ਹੈ, ਉਹਦਾ ਅਨੁਭਵ ਮਿਲ ਜਾਂਦਾ ਹੈ, ਉਹਦੀ ਪਿਆਸ ਮਿਲ ਜਾਂਦੀ ਹੈ, ਉਹਦੀ ਖਿੱਚ ਮਿਲ ਜਾਂਦੀ ਹੈ। ਪਾਣੀ ਦੀ ਪਿਆਸ ਦੇ ਤੇ ਦੁੱਖ ਹੈ, ਭੋਜਨ ਦੀ ਭੁੱਖ ਦੇ ਤੇ ਦੁੱਖ ਹੈ, ਪਰ ਪ੍ਰਭੂ ਦੀ ਭੁੱਖ ਸਾਚੇ ਨਾਮ ਕੀ ਲਾਗੇ ਭੂਖ, ਉਦ ਭੂਖੇ ਖਾਏ ਚਲੀਏ ਦੁੱਖ। ਆਪਦੀ ਗਿਆਤ ਲਈ ਅਰਜ਼ ਕਰਾਂ, ਉਹਦੀ ਭੁੱਖ ਦੇ 'ਚ ਵੀ ਇੱਕ ਰਸ ਹੈ। ਭੁੱਖ ਦੀ ਤ੍ਰਿਪਤੀ ਦੇ 'ਚ ਤੇ ਮਹਾਨ ਆਨੰਦ ਹੈ, ਪਰ ਭੁੱਖ ਦੇ 'ਚ ਵੀ ਕੁਝ ਗੱਲ ਹੈ। ਇਸ ਵਾਸਤੇ ਕੁਝ ਭਗਤਾਂ ਨੇ ਤੇ ਐਸਾ ਕਹਿ ਦਿੱਤਾ ਹੈ, ਨਾ ਸਹੀ ਤੂੰ, ਤੇਰੀ ਤੜਪ ਤੇ ਰਹਿਣੀ ਚਾਹੀਦੀ ਹੈ, ਤੇਰੀ ਖਿੱਚ ਤੇ ਰਹਿਣੀ ਚਾਹੀਦੀ ਹੈ। ਇਹਦੇ 'ਚ ਬੜਾ ਕੁਛ ਹੈ। ਪ੍ਰਭੂ ਦੇ ਮਾਰਗ ਤੇ ਚੱਲ ਕੇ ਕੁਛ ਨਹੀਂ ਵੀ ਮਿਲਿਆ ਤਾਂ ਵੀ ਬਹੁਤ ਕੁਛ ਮਿਲ ਜਾਂਦਾ ਹੈ, ਬਹੁਤ ਕੁਛ ਮਿਲ ਜਾਂਦਾ ਹੈ। ਸੰਸਾਰ ਦੇ ਮਾਰਗ ਤੇ ਚੱਲ ਕੇ ਬਹੁਤ ਕੁਛ ਪ੍ਰਾਪਤ ਵੀ ਹੋ ਗਿਆ ਹੈ। ਯਕੀਨ ਜਾਣੋ ਅਖੀਰ ਦੇ 'ਚ ਹੱਥ ਖਾਲੀ ਰਹਿੰਦੇ ਨੇ, ਕੁਛ ਵੀ ਨਹੀਂ, ਕੁਛ ਵੀ ਨਹੀਂ। ਖਾਲੀ ਹੱਥ ਜਾਂਦੇ ਨੇ ਚੋਟੀ ਦੇ ਧਨਵਾਨ, ਸਤਾਧਾਰੀ, ਸ਼ਕਤੀਸ਼ਾਲੀ ਮਨੁੱਖ। ਭਾਵੇਂ ਰੱਬ ਨਹੀਂ ਮਿਲਿਆ ਤਾਂ ਵੀ ਭਗਤ ਜਗਤ ਤੋਂ ਖਾਲੀ ਹੱਥ ਨਹੀਂ ਜਾਂਦਾ, ਰੱਬ ਦੀ ਤੜਪ ਲੈ ਕੇ ਜਾਂਦਾ, ਉਹਦੀ ਪਿਆਸ ਲੈ ਕੇ ਜਾਂਦਾ। ਉਸ ਤੜਪ ਦੇ 'ਚ ਵੀ ਕੁਝ ਗੱਲ ਹੈ, ਮਿਲਣ ਦੇ 'ਚ ਤੇ ਹੈ। ਉਹਦਾ ਮਿਲਣਾ ਤੇ ਮਨੁੱਖ ਨੂੰ ਗੋਬਿੰਦ ਬਣਾ ਦਿੰਦਾ ਹੈ। ਜਿੰਨੇ ਚਿਰ ਤੱਕ ਮਨੁੱਖ ਦੇ ਅੰਦਰ ਮੰਗ ਜਾਰੀ ਹੈ, ਵਾਸ਼ਨਾ ਮੰਗ ਕਰਦੀ ਹੈ, ਉਨੇ ਚਿਰ ਤੱਕ ਮੰਗਤਾ ਹੈ, ਮੰਗਤਾ ਹੈ। ਜਿਸ ਦਿਨ ਇਸ ਮੰਗਤੇ ਦੇ ਅੰਦਰ ਪ੍ਰਭੂ ਦੀ ਮੰਗ ਪੈਦਾ ਹੋ ਜਾਂਦੀ ਹੈ, ਸਾਰੀਆਂ ਮੰਗਾਂ ਗਿਰ ਜਾਂਦੀਆਂ। ਅਗਰ ਹੋਰ ਮੰਗ ਅੰਦਰ ਜਾਰੀ ਹੈ, ਥੋੜਾ ਜਿਹਾ ਧਿਆਨ ਨਾਲ ਸੁਣਨਾ, ਅਜੇ ਇਸ ਮਨੁੱਖ ਦੇ ਅੰਦਰ ਈਸ਼ਵਰ ਦੀ ਮੰਗ ਨਹੀਂ ਪੈਦਾ ਹੋਈ। ਈਸ਼ਵਰ ਦੀ ਮੰਗ ਹੋਰ ਕੋਈ ਮੰਗ ਰਹਿਣ ਹੀ ਨਹੀਂ ਦਿੰਦੀ। ਇਹ ਵੀ ਮੈਂ ਅਰਜ਼ ਕਰਦੇ, ਮਿਲਣਾ ਤੇ ਪੂਰਨ ਤ੍ਰਿਪਤ ਕਰ ਹੀ ਦਿੰਦਾ ਹੈ। ਚਲੋ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਇੱਕ ਵਾਕ ਮੈਂ ਤੁਹਾਡੇ ਸਾਹਮਣੇ ਰੱਖਾਂ। ਪਾਤਸ਼ਾਹ ਕਹਿੰਦੇ ਨੇ, ਹੁਣ ਢਾਡੀ ਹਰ ਗੁਣ ਗਾਵੰਦਾ ਜੇ ਹਰ ਪ੍ਰਭ ਭਾਵੇ। ਹੇ ਪ੍ਰਭੂ ਮੈਂ ਢਾਡੀ ਹਾਂ। ਢਾਡੀ ਸੰਗੀਤਕਾਰ ਨੂੰ ਕਹਿੰਦੇ ਨੇ, ਜਦ ਅਜੇ ਸਾਜ਼ਾਂ ਦੀ ਬਣਤਰ ਨਹੀਂ ਹੋਈ ਸੀ, ਇਹ ਤਬਲਾ, ਢੋਲਕ, ਮਰਦੰਗ ਇਤਿਆਦਿਕ, ਬਾਕੀ ਸਾਜ਼ ਤੇ ਹੈਗੇ ਸਨ, ਪਨੀਰੀਆਂ, ਸੰਖ ਔਰ ਤਾਰ ਦੇ ਵੱਜਣ ਵਾਲੇ ਸਾਜ਼, ਇਹ ਤੇ ਮਨੁੱਖ ਨੇ ਬਣਾ ਲਏ ਸਨ।
ਤਾਲ ਦੇਣ ਵਾਸਤੇ ਤਬਲਾ, ਢੋਲਕ, ਮਰਦੰਗ ਨਹੀਂ ਸੀ, ਅਜੇ ਨਹੀਂ ਬਣਾ ਸਕਿਆ ਸੀ। ਪੇਟ ਵਜਾਉਂਦੇ ਸਨ, ਢਿੱਡ ਵਜਾਉਂਦੇ ਸਨ। ਇੱਥੋਂ ਢਾਡੀ ਸ਼ਬਦ ਸ਼ੁਰੂ ਹੈ। ਢਾਡੀ ਦੇ ਅਖਰੀ ਕੀ? ਜੋ ਪੇਟ ਵਜਾ ਕੇ ਤਾਲ ਦੇਵੇ, ਢਾਡੀ। ਵਜ ਰਹੀ ਹੈ ਫਨੇਰੀ, ਵਜ ਰਿਹਾ ਨਰਸਿੰਘਾ, ਵਜ ਰਹੀ ਹੈ ਮੁਰਲੀ, ਵਜ ਰਹੀ ਹੈ ਸਿਤਾਰ। ਤਾਲ ਕਿਵੇਂ ਦੇਈ ਹੈ? ਪੇਟ ਵਜਾ ਕੇ, ਢਿੱਡ ਵਜਾ ਕੇ ਤਾਲ ਦੇਣਾ, ਢਾਡੀ। ਢਾਡੀ ਦਾ ਮਤਲਬ ਹੈ ਤਾਲ ਪੂਰਵਕ ਗਾਣਾ, ਤਾਲ ਦੇ 'ਚ ਗਾਣਾ, ਬੇਤਾਲਾ ਨਹੀਂ। ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ, ਹਉ ਢਾਡੀ ਹਰ ਗੁਣ ਗਾਵੰਦਾ, ਜੇ ਹਰ ਪ੍ਰਭ ਭਾਵੇ ਹੇ ਹਰੀ। ਇਹ ਢਾਡੀ ਤੇਰੇ ਗੁਣ ਗਾ ਰਿਹਾ, ਕਿਧਰੇ ਤੈਨੂੰ ਪਾ ਜਾਵੇ, ਤੈਨੂੰ ਚੰਗੇ ਲੱਗ ਜਾਣ। ਕਿਉਂ? ਉੱਥੇ ਗੁਣ, ਪ੍ਰਭੂ ਨੂੰ ਕਿਉਂ ਗੁਣ ਸੁਣਾਉਣਾ ਚਾਹੁੰਦੇ ਹੋ? ਪ੍ਰਭੂ ਦੇ, ਪ੍ਰਭ ਮੇਰਾ ਥਿਰ ਥਾਵਰੀ ਔਰ ਆਵੇ ਜਾਏ। ਅਟਲ ਹੈ, ਕਾਇਮ ਦਾਇਮ ਹੈ। ਬਾਕੀ ਤੇ ਸਭ ਜੰਮਦੇ ਤੇ ਮਰਦੇ ਨੇ, ਆਉਂਦੇ ਤੇ ਜਾਂਦੇ। ਢਿੱਡ ਵਜਾ ਰਹੇ ਹੋ, ਤਾਲ ਪੂਰਵਕ ਗਾ ਰਹੇ ਹੋ। ਕੀ ਗਾ ਰਹੇ ਹੋ? ਸੋ ਮੰਗਾ ਦਾਨ ਗੁਸਾਈਆਂ, ਜਿਤ ਭੁਖ ਲੈ ਜਾਵੇ। हे ਗੁਸਾਈ, हे ਸ੍ਰਿਸ਼ਟੀ ਦੇ ਮਾਲਕ, ਇੱਕ ਮੰਗ ਹੈ। ਉਸ ਮੰਗ ਦਾ ਮੈਨੂੰ ਤੇ ਨਹੀਂ ਕੁਛ ਪਤਾ, ਤੂੰ ਹੀ ਜਾਣਦਾ ਹੋਵੇਗਾ। ਉਹ ਕੁਛ ਮੇਰੀ ਝੋਲੀ 'ਚ ਪਾ, ਕੋਈ ਮੰਗ ਰਵੇ ਹੀ ਨਾ, ਸਾਰੀਆਂ ਹੀ ਮੰਗਾਂ ਮਿਟ ਜਾਣ। ਸੋ ਮੰਗਾ ਦਾਨ ਗੁਸਾਈਆਂ, ਉਹ ਮੰਗ ਮੰਗਦਾ ਜਿਤ ਭੁਖ ਲੈ ਜਾਵੇ, ਫਿਰ ਕੋਈ ਭੁਖ ਨਾ ਰਵੇ। ਅਰਦਾਸ ਸੁਣੀ ਦਾਤਾਰ ਪ੍ਰਭ, ਢਾਡੀ ਕੋ ਮਹਿਲ ਬੁਲਾਵੇ। ਸਤਿਗੁਰੂ ਕਹਿੰਦੇ ਨੇ ਅਰਦਾਸ ਕਬੂਲ ਹੋ ਗਈ। ਇਕਬਾਲ ਕਹਿੰਦਾ, ਦਿਲ ਸੇ ਜੋ ਬਾਤ ਨਿਕਲਤੀ ਹੈ ਅਸਰ ਰਖਤੀ ਹੈ, ਪਰ ਨਹੀਂ ਤਾਕਤੇ ਪਰਵਾਜ਼ ਮਗਰ ਰਖਤੀ ਹੈ। ਦਿਲ ਦੀ ਗਹਿਰਾਈ 'ਚੋਂ ਜਿਹੜੀ ਗੱਲ ਨਿਕਲਦੀ ਹੈ, ਦਿਲ ਤੱਕ ਪਹੁੰਚਦੀ ਹੈ। ਸਿਰਫ ਜ਼ਬਾਨ ਤੋਂ ਜਿਹੜੀ ਗੱਲ ਨਿਕਲਦੀ ਹੈ, ਕੇਵਲ ਕੰਨਾਂ ਤੱਕ ਹੀ ਪਹੁੰਚਦੀ ਹੈ, ਅੱਗੇ ਨਹੀਂ ਜਾਂਦੀ। ਹਿਰਦੇ ਤੋਂ ਗਾਇਆ ਹੋਇਆ ਗੀਤ ਹਿਰਦੇ ਤੱਕ ਪਹੁੰਚਦਾ ਹੈ। ਹਿਰਦੇ ਤੋਂ ਨਿਕਲੀ ਹੋਈ ਗੱਲ ਹਿਰਦੇ ਤੱਕ ਪਹੁੰਚਦੀ ਹੈ। ਜ਼ਬਾਨ ਤੋਂ ਨਿਕਲੀ ਹੋਈ ਗੱਲ ਸਿਰਫ ਕੰਨਾਂ ਤੱਕ ਪਹੁੰਚਦੀ ਹੈ, ਅੱਗੇ ਨਹੀਂ ਜਾਂਦੀ, ਕਤਈ ਨਹੀਂ ਜਾਂਦੀ। ਅਰਦਾਸ ਸੁਣੀ ਦਾਤਾਰ ਪ੍ਰਭ, ਢਾਡੀ ਕੋ ਮੈਲ ਬੁਲਾਵੇ। ਜੇ ਦਾਤਾਰ ਦੇ ਕੰਨਾਂ ਤੱਕ ਅਰਦਾਸ ਪਹੁੰਚ ਗਈ ਹੈ ਤਾਂ ਜ਼ਰੂਰ ਦਿਲ ਦੀ ਗਹਿਰਾਈ ਤੋਂ ਨਿਕਲੀ ਹੈ। ਜੋ ਗਹਿਰਾਈ ਤੋਂ ਨਿਕਲੀ ਨਹੀਂ, ਉਹ ਉਚਾਈਆਂ ਨੂੰ ਛੂ ਵੀ ਨਹੀਂ ਸਕੇਗੀ। ਇਸ ਨੂੰ ਮੈਂ ਇਸ ਤਰ੍ਹਾਂ ਬਿਆਨ ਕਰਦਾ ਹੁੰਦਾ, ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ, ਉਹਨੂੰ ਆਪਣੀਆਂ ਜੜ੍ਹਾਂ ਪਾਤਾਲ ਤੱਕ ਲੈ ਜਾਣੀ ਹੈ। ਜੋ ਗੱਲ ਗਹਿਰੀ ਨਹੀਂ ਹੋਵੇਗੀ, ਉੱਚੀ ਵੀ ਨਹੀਂ ਹੋਵੇਗੀ। ਗੁਰੂ ਨਾਨਕ ਦੇਵ ਜੀ ਮਹਾਰਾਜ ਤੇ ਕਹਿੰਦੇ ਨੇ, ਉਹ ਅਰਦਾਸ ਕੀ ਜੋ ਪ੍ਰਭੂ ਦੇ ਕੰਨਾਂ ਤੱਕ ਨਾ ਪਹੁੰਚੇ। ਯਕ ਅਰਜ਼ ਗੁਫਤਮ ਪੇਸ਼ ਤੋ ਦਰਗੋਸ਼ ਕੁਨ ਕਰਤਾ, ਹੈ ਮੇਰੇ ਕਰਤਾਰ ਤੂੰ ਕੰਨ ਇਧਰ ਕਰ, ਮੈਂ ਤੇਰੇ ਕੰਨ 'ਚ ਗੱਲ ਕਰਨੀ ਹੈ, ਉਂਝ ਨਹੀਂ ਕਰਨੀ। ਤੂੰ ਸੁਣ, ਤੈਨੂੰ ਸੁਣਾਣੀ ਹੈ ਔਰ ਕਿਸੇ ਨੂੰ ਨਹੀਂ ਸੁਣਾਣੀ। ਇਕਬਾਲ ਇਸ ਨੂੰ ਇੰਜ ਵੀ ਬਿਆਨ ਕਰਦਾ ਹੈ, ਖੁਦਾ ਮਨਜ਼ੂਰ ਕਰਤਾ ਹੈ दुआ जब दिल से होती है। खुदा मंजूर करता है दुआ जब दिल से होती है, पर यही एक मुश्किल है कि ये बड़ी मुश्किल से होती है। होंदी नहीं, दिल दी गहराई तो अरदास निकलती नहीं, तां निकलेगी। दिल पहले मन्ने तो सही उसनों, जिसनों मनिया ही नहीं उन्हों मंगेगा कि खाक किस तरह मंगेगा, वो देखो जोदड़ी किस तरह करेगा। खुदा मंजूर करता है दुआ जब दिल से होती है, पर यही एक मुश्किल है कि ये बड़ी मुश्किल से होती है, आसान नहीं है।
अरदास सुनी दातार प्रभ, ढाडी को महल बुलावे। बुलाया प्रभु ने, सन्मुख होए, दसो की चाहिए, की मंगदे हो। पता है हुण गुरु नानक की कहते ने, प्रभ देख दिया दुख भुख लथी, ढाडी को मंगण चित ना आवे। प्रभु नूं देखदियां सारियां भुखां मिट गईयां। साच नाम आधार मेरा, जिन भुखां सब गम। सारियां भुखां मिट गईयां, कुछ मंगना चेते ही नहीं रहा, मंगना चेते ही नहीं रहा। सब कुछ खुदा से मांग लिया, खुदा को मांग कर, उठते नहीं है हाथ मेरे इस दुआ के बाद। हुण तो कोई मंग पैदा ही नहीं आती, आखिरी मंग नूं छू लिया, इंतहा नूं छू लिया। सब कुछ खुदा से मांग लिया, खुदा कोलों खुदा नूं नहीं मंगया, तो फिर जो कुछ भी मंगना है, पता है सतगुरु की कहते हैं, विण तुद होर जे मंगना, सिर दुखां दे दुख। यकीन जानो लोग रोज परमात्मा को दुख ही मंगते ने, सुख नहीं मंगते, इसे करके दुखी ने। इंज कह देंगे, मंगते ही दुख ने। जिथों सारे सुख आउंदे ने, सारा रस आउंदा है, सारा ज्ञान आउंदा है, सारे गुण आउंदे ने, सारा आनंद आउंदा, उस तो मंगते ही नहीं। सब कुछ खुदा से मांग लिया, खुदा को मांग कर, उठते नहीं हैं हाथ मेरे इस दुआ के बाद। विण तुद होर जे मंगना, सिर दुखां दे दुख, देहे नाम संतोखिया, उतरे मन की भुख। ढाडी को मंगण चित ना आवे। सतगुरु कहते हैं, हुण इस ढाडी नूं मंगना ते कुछ चेते ही नहीं आया। तू सामने की होया, सारियां ही भुखां गिर गईयां। जितने चिर तक कोई मनुख गोबिंद विच लीन नहीं होया, उतने चिर तक राजा नहीं बन सकता। मंगता ही रहेगा, भिखारी रहेगा, मंगता ही रहेगा। फर्क सिर्फ इतना होता है, कोई छोटे मंगते होंगे ने, कोई वड्डे मंगते होंगे मंगते ही ने, और कुछ भी नहीं। जरा मंगण वाले शान शौकत नाल मंगते ने, असीं बादशाह कह देंगे हाँ। कौन दसे घर घर हाथ जोड़ के एक एक वोट मंगण वाला जो है मंगता, कितना वड्डा मंगता है, एक एक वोट पे मंगता है। तुसीं इन्हां नूं शहनशाह आखोगे। कोई धन मंगता है, कोई रोटी मंगता है, कोई वोट मंगता है, मंगण वाला मंगता ही है। इन्नी मैं अर्ज करता। खैर लमकावा ना, वासना मनुख नूं मंगता बनाई रखती है। वासना दे तीन केंद्र ने। अहंकार वासना प्रभता मंगती है, लोभ वासना धन मंगता है, पदार्थ मंगता है। केड़ा पदार्थ, केड़ा धन जो मेरे कोल नहीं है, जितना मेरे कोल नहीं है, जो महल माड़ी मेरे कोल नहीं है, जो धन संपदा मेरे कोल नहीं है। वासना सदा उसनों देखती है जो नहीं है, जो हत्थां दे च है, वासना उसनों नहीं देखती, कतई नहीं देखती। जो नहीं है वो भी हो जाए, वासना फिर अगे चली जाती। सहस खटे लख को उठ दावे, तृप्त ना आवे माया पाछे पा। फिर वो भी मिल गए, वो भी हाथ च आ गया, वासना फिर अगे चली गई जो हुण भी हाथ च नहीं है। सब कुछ तो हाथ च आ नहीं सकता। वासना हमेशा मनुख नूं मंगता बना के रखती। अहंकार वासना, लोभ वासना, काम वासना, रूप दी मंग, शरीर विपरीत शरीर दी मंग, काम वासना। मंग किस दी जो नहीं है, जो नहीं है। गुस्ताखी माफ, मैनू कहण देना। मनोचिंतक कहते ने मानसिक तल ते बथेरे मनुख बलात्कारी ने, दुराचारी ने, शरीरक तल ते नहीं।
क्यों? कानून है, समाज मानसिक तल ते ने। पुरुष नूं बलात्कारी कह देंदे ने, गुस्ताखी माफ में गृहस्थियां माफ कर देना। इस्त्री नूं गनका कहंदे ने, गनका। अगर मन दे जिस तरह का ख्याल चलता है, वासना सदा उसकी मंग करती है, किसदी? जो नहीं है। अहंकार वासना, लोभ वासना, काम वासना। वासना उसनों देखती नहीं जो कोल है। अगर कोल है उसनों देखण लग पे तो संतोखी हो गया, ये तो रब नाल जुड़ गया। वासना नहीं देखती, जो कोल है मुट्ठी दे चाहे अपने कोल है, नहीं देखती। वासना सदा उसनों देखती है जो नहीं है, जो नहीं है। जो नहीं है वो भी हो जाए, फिर वासना उसनों देखती है जो हुण भी नहीं है। सारी जिंदगी मनुख मंगदा ही रहिंदा है। जोदड़ी परमात्मा दे अगों जिहड़ी करदा है, आखें आखदे ने, बेनतियां करदे ने। की आखदे ने? आखें मंगे। आखण दे ते मंग है, अरदास दे च मंग है। आखें मंगे दे दे, ऐ दे ए दे, ऐ दे। दात करे दातार, दाता देंदा। ठीक है, तू जो मंगया ले। या इंज कह ला, अज तक जो कुछ साडे कोल है मंगया सी तां है। दात करे दातार। कई दफा जो कुछ नहीं मिलता, झोली छोटी आउंदी है साडी। पात्रता वधाई जाता है, वो दे ही जाता है। पांडा वड्डा करी जाओ, दे ही जाता है। बारिश हो रही है। आखे मंगे देह दे, दात करे दातार, ए दे ऐ दे, ऐ दे। ऐ भी मेरे घर आवे, ए भी मेरे घर आवे, ए भी मेरे घर आवे। ते परमात्मा किधरे कह दे मैं भी आवा, ना ना तू एक पासे, तेरी लोड़ नहीं। मनुख परमात्मा कोलों सब कुछ मंगदा है, सिर्फ परमात्मा नूं छोड़ के। वासना परमात्मा नूं मंगदी ही नहीं, पदार्थ नूं मंगदी है। अहंकार वासना, लोभ वासना, काम वासना। हुण होर सुन लो। ये वासना अगे तो अगे चलती गई, जीवन ते रोज रोज छोटा हो रहा है। शरीर एक दिन बिरध हो जाता है, वासना बिरध नहीं होती, बुढ़ी नहीं होती। अहंकार वासना बुढ़ी नहीं होती, लोभ वासना बिरध नहीं होती, काम वासना बिरध नहीं होती। अगर बिरध होती है तो जिमें बिरध मर जाता है, वासना भी मर जानी चाहिए। मनुख दे मरण दे नाल वासना नहीं मरती। शरीर की मौत दे नाल वासना नहीं मरती। अगर शरीर की मौत नाल वासना मर जाए फिर तो परमात्मा च लीन हो गए। शरीर मर जाता है, वासना नहीं मरती। ये वासना अगला जन्म करा देती, ये वासना अगला जन्म करा देती है। भाई साहब भाई गुरदास जी, जुग जुग मेर शरीर का वासना बद्दा आवे जाए, फिर फेर वटाइए, ज्ञानी होए मरम को पाए। कोई विरला ज्ञानी इस मरम नूं समझदा है कि शरीर बिरध हो गया, वासना तो बिरध नहीं हुई। तो जिस शरीर के बुढ़े होने नाल वासना बुढ़ी नहीं हुई, शरीर के मरण नाल वासना मरदी भी नहीं। ये वासना अगला जन्म करा देंदी है। माँ बाप की वासना, जीव आत्मा की वासना मिल के नवे शरीर का जन्म हो जाता है। जितने चिर तक वासना है, जमदा रहेगा मरदा रहेगा, जमदा रहेगा मरदा रहेगा। शरीर मर जाता है, वासना नहीं मरदी। शरीर बुढ़ा हो जाता है, वासना बुढ़ी नहीं होती। वासना सदा जवान होती है, सदैवी जवान होती है। अहंकार वासना ये वधी गई तो एक दिन भ्रष्ट कर देती है। अहंकार वासना भ्रष्ट होके हिंसक बना देती है। लोभ वासना भ्रष्ट होके बेईमान बना देती है, ठग बना देती है, चोर बना देती है। काम वासना भ्रष्ट होके पुरुष है तो बलात्कारी बना देती है,
इस्त्री है तो गनका बना देंदी है। अहंकार वासना, लोभ वासना, काम वासना भ्रष्ट कर देंदी है। हैरान होंदा मैं पढ़ के और सुन के, इस वक्त मराको दे नवाब दियाँ 1000 बेगमां ने, गुजरे हुए निज़ाम हैदराबाद दियाँ 600 बेगमां सन, पंजाब दे एक महाराजे दियाँ 400 महाराणियां सन। और बलात्कारी किस नूं कहंदे ने? कौन होंदा बलात्कार? किस नूं कहंदे ने बलात्कार? काम वासना असीम बन के मनुख नूं भ्रष्ट कर देंदी है। पुरुष है तो बलात्कारी बना देंदी है, इस्त्री है तो गनका बना देंदी है। लोभ वासना असीम होके मनुख नूं भ्रष्ट कर देंदी है, बेईमान बना देंदी है, चोर बना देंदी है, ठग बना देंदी है, धोखेबाज बना देंदी है। अहंकार वासना अगर जो नहीं है वो मिलता जा रहा है, मिलता जा रहा है, ये वासना भ्रष्ट होकर इन्हूं हिंसक कर देगी, महान हिंसक कर देगी। दुनिया दे वड्डे वड्डी हिंसा सत्ताधारियां ने कीतियां ने, किसी कातल ने नहीं की। कोई कातल 2.5 करोड़ बंदियां का कतल नहीं कर सकता, 1-2 कतल दे च ही पकड़िया जाएगा। 2.5 करोड़ बंदियां का कातल है हिटलर, 3 करोड़ बंदियां का कातल है मौसे तुंग। वो तो डिक्टेटर कहलाए, वो तो हुक्मरान कहलाए, वो तो बादशाह कहलाए। तो खैर, अहंकार वासना, लोभ वासना, काम वासना जितने चिर तक जारी है, जमदा मरदा रहेगा मनुख। क्यों? शरीर बिरद हो जाता है, वासना बिरद नहीं होती। शरीर मर जाता है, वासना नहीं मरती। जुग जुग मेर शरीर का, वासना बद्दा आवे जाए। वासना मौजूद है एक बुढ़े मनुख के अंदर, तो समझ लो अगला जन्म होना है इसका। ये फिर जमेगा, फिर मरेगा, जम जम मरे, मरे फिर जमे। बहुत सजाए पया दे श्रमे। बड़े बिरद मनुख देखे ने, हथ कंबदे पे ने, पैर कंबदे पे ने। 2 बंदे एक कुर्सी तो लांदे ने ते फिर बिठांदे ने, पर राजनीति नहीं छोड़ते। प्रभुता दी वासना बिरद नहीं होती, लोभ वासना बिरद नहीं होती। बुढ़े तो बुढ़ा मनुख है, लोभ वासना तो मौजूद है, काम वासना तो मौजूद है। इस चक्कर च ना पैना है। बिरद हो गया है तो बहुत गुणवान हो गया होगा, ऐसी गल नहीं है। एक हकीकत है, बहुत बड़ी जो है सच्चाई है। शरीर बिरद हो गया, वासना बिरद नहीं होती। और भाई साहब कहते हैं अगर वासना भी बिरद हो गई तो वासना मर भी जाती है, मर भी सकती है। फिर तो अगला जन्म खत्म, फिर तो जप तप करने की लोड़ ही नहीं, साधना करने की लोड़ ही नहीं। भरतरी कहते ने मेरी मन रूपी मिट्टी विच हे परमात्मा, चूंकि तू कुमार है, वासना का पानी पाया और इनू बड़ा गुण है। मन दे जर्रे जर्रे च वासना ही वासना है। प्रार्थना भी मनुख की वासना है, क्योंकि जितने चिर तक अरदास ते प्रार्थना दे च मंग है, गुस्ताखी माफ कहण देना, वो वासना है। अरदास दे जिस दिन धन्यवाद होएगा, शुकराना होएगा, वो अरदास है, वो प्रार्थना है। उस अरदास ने जोड़ना है। अगर अरदास दे च भी वंग है, वासना है, ये प्रार्थना नहीं बन सकती। गल मैनू भुलदी नहीं। कभी इस तरह की कथा चल जाए, सूफी संत याद आ जाता है। साधी छोटी उम्र दे यतीम हो गया सी। बगदाद विच एक धार्मिक मदरसे विच पढ़दा सी। धार्मिक मदरसा 5 वक्त नमाज ते पढ़नी सी। फजर दी नमाज, असर दी नमाज, जोहर दी नमाज, मगरब दी नमाज, फिर शाम नू रात नू इशा दी नमाज, 5 नमाज। असर, जोहर ते मगरब दी नमाज बड़े औखे ढंग नाल पढ़दा सी। क्यों? मदरसे तो मस्जिद 2 फरलांग दूर सी।
ਤੇ ਇਰਾਕ ਦੀ ਬੜੀ ਭਿਅੰਕਰ ਗਰਮੀ, ਦਰਜਾ ਹਰਾਰਤ 50 ਤੋਂ ਵੀ ਅੱਗੇ ਟੱਪ ਜਾਂਦਾ ਹੈ। ਰੇਤ ਅੱਗ ਬਣ ਜਾਂਦੀ ਹੈ ਤਪ ਕੇ। ਇਹਦੇ ਪੈਰਾਂ ਦੇ ਜੁੱਤੀ ਨਹੀਂ ਸੀ। ਯਤੀਮ ਮਦਰਸੇ 'ਚ ਦਾਖਲ ਤੇ ਕਰ ਲਿਆ। ਮਦਰਸਾ ਕੱਪੜੇ ਤੇ ਦੇ ਦਿੰਦਾ ਸੀ, ਕਿਤਾਬਾਂ ਦੇ ਦਿੰਦਾ ਸੀ, ਜੁੱਤੀ ਦਾ ਇੰਤਜ਼ਾਮ ਮਦਰਸੇ ਕੋਲ ਵੀ ਨਹੀਂ ਸੀ। ਪੈਰ ਹੀ ਨੰਗਾ, ਤਪਦੀ ਹੋਈ ਰੇਤ ਤੇ ਚੱਲਦਾ ਮਸਜਿਦ ਦੀ ਤਰਫ ਨਮਾਜ਼ ਪੜ੍ਹਨ ਵਾਸਤੇ ਤੇ ਦੁਆ ਕਰਦਾ ਹੈ, ਅਰਦਾਸ ਕਰਦਾ ਹੈ, ਹੇ ਖੁਦਾ ਤੂੰ ਕਿਸੇ ਨੂੰ ਸੋਹਣੇ ਸੋਹਣੇ ਘੋੜੇ ਦਿੱਤੇ ਨੇ ਸਵਾਰੀ ਵਾਸਤੇ, ਘੋੜਿਆਂ ਤੇ ਆਉਂਦੇ ਨੇ, ਕਿਸੇ ਨੂੰ ਊਠ ਦਿੱਤੇ ਨੇ, ਕਿਸੇ ਨੂੰ ਤਿੱਲੇਦਾਰ ਤੋਂ ਜੁੱਤੀਆਂ ਦਿੱਤੀਆਂ ਨੇ ਜ਼ਰੀਦਾਰ, ਕਿਸੇ ਨੂੰ ਸੋਹਣੇ ਸੋਹਣੇ ਤੋਂ ਹੋਰ ਜੁੱਤੀਆਂ ਦਿੱਤੀਆਂ ਨੇ, ਸਾਡੇ ਲਈ ਪਾਰਟੀ ਜੁੱਤੀ ਵੀ ਕੋਈ ਨਹੀਂ। ਇਹ ਖੁਦਾ ਕਿਧਰੋਂ ਪਾਰਟੀ ਹੋਈ ਜੁੱਤੀ ਲਵਾ ਦੇ, ਮੇਰੇ ਪੈਰ ਜਲਦੇ ਨੇ, ਬੜਾ ਔਖਾ ਜਾਂਦਾ ਮੈਂ। ਮਸਜਿਦ ਤੱਕ ਪਹੁੰਚਦਾ ਹੈ ਗਿਲਾ ਕਰਦਾ ਹੋਇਆ। ਅਰਦਾਸ ਤੇ ਹੈ, ਦੁਆ ਤੇ ਹੈ, ਦੁਆ ਦੇ ਚ ਗਿਲੇ, ਵਾਸ਼ਨਾ ਭਰਿਆ ਹਿਰਦਾ ਗਿਲਾ ਹੀ ਕਰੇਗਾ। ਪ੍ਰਾਰਥਨਾ ਦੇ ਧੰਨਵਾਦ ਆਉਂਦਾ ਹੈ। ਰੋਜ਼ ਰੋਜ਼ ਨਮਾਜ਼ ਪੜ੍ਹਨ ਜਾਂਦਾ ਹੈ, ਉਖੜੇ ਹੋਏ ਮਨ ਨਾਲ ਕਦੀ ਖੇਡ ਕੁਝ ਬਣੀ ਨਹੀਂ, ਰਸਤੇ 'ਚ ਗਿਲਾ ਕਰਦਾ ਜਾਂਦਾ ਹੈ। ਹੇ ਖੁਦਾ ਕੈਸੇ ਸੋਹਣੇ ਸੋਹਣੇ ਤੂੰ ਕਈਆਂ ਨੂੰ ਘੋੜੇ ਦਿੱਤੇ ਨੇ, ਉਹਨਾਂ ਦੇ 'ਚ ਕਿਸੇ ਕੋਲ ਘੋੜਾ ਹੋਣਾ ਹੈ, ਰਈਸ ਗਿਣਿਆ ਜਾਂਦਾ ਸੀ, ਕਿਸੇ ਨੂੰ ਸੋਹਣੇ ਸੋਹਣੇ ਸਵਾਰੀ ਵਾਸਤੇ ਤੂੰ ਊਠ ਦਿੱਤੇ ਨੇ, ਕਿਸੇ ਨੂੰ ਬੜੀ ਸੋਹਣੀਆਂ ਜੁੱਤੀਆਂ ਦਿੱਤੀਆਂ ਨੇ, ਸਾਡੇ ਕੋਲ ਪਾਰਟੀ ਜੁੱਤੀ ਵੀ ਕੋਈ ਨਹੀਂ। ਰੋਜ਼ ਇਸ ਤਰ੍ਹਾਂ ਦੁਆ ਕਰਦਾ ਜਾਂਦਾ ਜੋ ਗਿਲਿਆਂ ਨਾਲ ਭਰੀ ਹੋਈ ਹੈ। ਅੱਜ ਵੀ ਇਸ ਤਰ੍ਹਾਂ ਜਾ ਰਿਹਾ ਹੈ। ਬੜੇ ਗਿਲੇ ਰੋਜ਼ ਵੱਧਦੇ, ਗਿਲੇ ਦੂਰ ਕਰਦੇ ਨੇ। ਮਿੱਤਰ ਮਿੱਤਰ ਤੇ ਰੋਜ਼ ਗਿਲਾ ਕਰੇ, ਮਿੱਤਰਤਾ ਦੁਸ਼ਮਣੀ 'ਚ ਬਦਲ ਜਾਏਗੀ। ਭਰਾ ਤੇ ਰੋਜ਼ ਗਿਲਾ ਕਰੇ, ਦੂਰੀਆਂ ਵੱਧ ਜਾਣਗੀਆਂ। ਪਤੀ ਪਤਨੀ ਤੇ ਗਿਲਾ ਹੀ ਕਰਦਾ ਜਾਏ, ਜਾਂ ਪਤਨੀ ਹਰ ਵਕਤ ਪਤੀ ਤੇ ਗਿਲਾ ਹੀ ਜੋ ਹੈ ਕਰਦੀ ਜਾਏ, ਦੀਵਾਰ ਖੜੀ ਹੋ ਜਾਏਗੀ, ਪਾੜਾ ਪੈ ਜਾਏਗਾ। ਗਿਲੇ ਦੂਰੀਆਂ ਨੂੰ ਵਧਾਉਂਦੇ ਨੇ। ਧੰਨਵਾਦ, ਸ਼ੁਕਰਾਨਾ ਨੇੜਤਾ ਲਿਆਂਦਾ ਹੈ, ਨੇੜਤਾ ਲਿਆਂਦਾ। ਅੱਜ ਵੀ ਗਿਲਿਆਂ ਨਾਲ ਭਰਿਆ ਹੋਇਆ ਹੈ। ਐ ਖੁਦਾ ਤੂੰ ਕਿਸੇ ਨੂੰ ਕੁਛ ਦਿੱਤਾ, ਤੂੰ ਕਿਸੇ ਨੂੰ ਕੁਛ ਦਿੱਤਾ, ਸਾਡੇ ਕੋਲ ਪਾਰਟੀ ਜੁੱਤੀ ਵੀ ਕੋਈ ਨਹੀਂ। ਇੰਜ ਵੀ ਕਦੀ ਕਦੀ ਰੋ ਕੇ ਪ੍ਰਾਰਥਨਾ ਕਰਦਾ ਸੀ, ਮੇਰੀ ਮਾਂ ਵੀ ਕੋਈ ਨਹੀਂ, ਮੇਰਾ ਪਿਓ ਵੀ ਕੋਈ ਨਹੀਂ, ਮੇਰਾ ਭਰਾ ਵੀ ਕੋਈ ਨਹੀਂ, ਮੇਰੀ ਭੈਣ ਵੀ ਕੋਈ ਨਹੀਂ, ਮੇਰਾ ਕੋਈ ਵੀ ਨਹੀਂ। ਇਸ ਤਰ੍ਹਾਂ ਰੋਜ਼ ਰੋਜ਼ ਗਿਲਾ ਕਰਦਾ ਜਾਂਦਾ ਸੀ। ਉਖੜੇ ਮਨ ਨਾਲ ਨਮਾਜ਼, ਅੰਦਰ ਗਿਲੇ ਹੋਣ ਤੇ ਕਾਦੀ ਨਮਾਜ਼, ਅੰਦਰ ਗਿਲਾ ਹੋਵੇ ਤੇ ਕੀ ਕੀਰਤਨ, ਅੰਦਰ ਗਿਲਾ ਹੋਵੇ ਤੇ ਕੀ ਕਥਾ, ਅੰਦਰ ਗਿਲੇ ਚਲਦੇ ਹੋਣ ਤੇ ਕੀ ਪਾਠ ਕਰੇਗਾ ਤੇ ਕੀ ਸਤਸੰਗ ਦੇ 'ਚ ਬੈਠੇਗਾ। ਉਖੜਾ ਉਖੜਾ ਬੈਠੇਗਾ, ਉਖੜਾ ਉਖੜਾ ਬਾਣੀ ਪੜ੍ਹੇਗਾ, ਉਖੜਾ ਉਖੜਾ ਕੀਰਤਨ ਕਰੇਗਾ, ਬਹੁਤ ਉਜੜੇ ਹੋਏ ਮਨ ਨਾਲ ਪਾਠ ਕਰੇਗਾ। ਇਹ ਵੀ ਉਖੜੇ ਮਨ ਨਾਲ ਨਮਾਜ਼ ਪੜ੍ਹਦਾ ਸੀ। ਅੱਜ ਜਦ ਗਿਲੇ ਕਰਦਾ ਹੋਇਆ ਜਾ ਰਿਹਾ, ਮਸਜਿਦ ਦੀ ਸੀੜੀਆਂ ਕੋਲ ਪਹੁੰਚਿਆ ਤੇ ਸੀੜੀਆਂ ਦੇ ਉੱਤੇ ਇੱਕ ਉਹ ਬੰਦਾ ਚੜ੍ਹ ਰਿਹਾ ਸੀ ਜਿਹਦੇ ਦੋਵੇਂ ਪੈਰ ਨਹੀਂ ਸਨ। ਇੱਕਦਮ ਹੱਥ ਜੁੜ ਗਏ। ਐ ਖੁਦਾ ਮੈਂ ਤੇਰੇ ਕੋਲ ਕੁਛ ਨਹੀਂ ਮੰਗਦਾ, ਬਸ ਮੇਰੇ ਪੈਰ ਸਲਾਮਤ ਰਹਿਣ ਦੇ, ਕੁਛ ਨਹੀਂ ਮੰਗਦਾ, ਤੇਰਾ ਸ਼ੁਕਰਾਨਾ। ਮੈਂ ਇਹ ਤੇ ਦੇਖਿਆ ਤੂੰ ਮੈਨੂੰ ਜੁੱਤੀ ਨਹੀਂ ਦਿੱਤੀ, ਪਰ ਮੈਂ ਤੇਰਾ ਧੰਨਵਾਦ ਕਿਉਂ ਨਹੀਂ ਕੀਤਾ, ਤੂੰ ਮੈਨੂੰ ਪੈਰ ਦਿੱਤੇ ਨੇ, ਤੂੰ ਕਿਸੇ ਨੂੰ ਪੈਰ ਵੀ ਨਹੀਂ ਦਿੱਤੇ। ਕਹਿੰਦੇ ਨੇ ਪਹਿਲੀ ਸਮਾਧੀ ਇਸ ਦੀ ਉਸੇ ਦਿਨ ਲੱਗੀ। ਨਮਾਜ਼ ਪੜ੍ਹਦਿਆਂ ਮਨ ਜੁੜ ਗਿਆ, ਧੰਨਵਾਦ ਨਾਲ ਭਰਿਆ ਹੋਇਆ ਸੀ, ਸ਼ੁਕਰਾਨੇ ਨਾਲ ਭਰਿਆ ਹੋਇਆ ਸੀ, ਜੁੜ ਗਿਆ। ਫਿਰ ਉਹੀ ਸ਼ੇਖ ਸਾਦੀ ਸ਼ੁਕਰਾਨੇ ਦੇ ਉੱਤੇ ਬੜੀਆਂ ਨਜ਼ਮਾਂ ਲਿਖਦਾ ਹੈ। ਖੁਦਾ ਮੈਂ ਤੇ ਭੁਲੇਖੇ 'ਚ ਰਿਹਾ, ਦੁਆ ਕਰਦਾ ਰਿਹਾ, ਮੇਰੀ ਦੁਆ ਵਾਸ਼ਨਾ ਸੀ, ਪ੍ਰਾਰਥਨਾ ਨਹੀਂ ਸੀ। ਜਿਸ ਦਿਨ ਪ੍ਰਾਰਥਨਾ ਕੀਤੀ ਹੈ, ਤੇਰਾ ਧੰਨਵਾਦ ਕੀਤਾ, ਤੂੰ ਤੇ ਉਸੇ ਦਿਨ ਮਿਲ ਗਿਆ। ਇਹ ਤਾਂ ਪਤਾ ਹੀ ਨਹੀਂ ਸੀ ਮੈਨੂੰ। खुदा मंजूर करता है दुआ जब दिल से होती है, तो दिल तो दुआ उदों निकलेगी जब अंदर वाशना नहीं होगी। वाशना दिल तक पहुँचनी नहीं देंदी दुआ नूं, अरदास नूं, वो तो मंगा नाल जोड़ के रख देंदी है।
एक हकीकत है, एक सच्चाई है। भरतरी कहता है, हे प्रभु मेरे मन रूपी मिट्टी विच वासना दा पानी पा के तू उसनूं होर गुनिया, वासना वधाई, वधदी गई वासना। मैं फिर अर्ज करा, वासना सदा उसनूं देखदी है जो नहीं है, जो है उसनूं वासना देखदी नहीं, देखदी नहीं। चीफ मिनिस्टर देखदा होवेगा प्राइम मिनिस्टर नूं, यह भी मैं अर्ज कर दिया। तो जे किधरे प्राइम मिनिस्टर बन जाए अंदरों होके निकलणगे, जे किधरे मैं रब होंदा, क्योंकि कई थावां ते मजबूर देखेगा अपने आप नूं जिथे उसका हुक्म नहीं चलता। किधरे मैं रब होंदा, सारे मुल्कां नूं जित के सिकंदर जद वापस जान लगा यूनान, एथेन, अरब की खाड़ी दे इसकी तबीयत खराब हो गई अपने जहाज दे। शाही तबीब जो नाल सन वो कहंदे ने, बादशाह सलामत, तुसी चंद घड़ियां दे मेहमान, थोड़ा दम टुटन लग पे। उस वक्त सिकंदर कहंदा, लै केड़ी गल दा बादशाह, इत्थे साडा हुक्म ही नहीं चलदा, हुक्म ही नहीं चलता। इस तो पहले भी एक उसदे नाल घटना घटी सी। खुले मैदान दे बैठा सी सिंघासन ते, खुली हवा खाण वास्ते। मन कीता, उपरों कौवा लंघिया बिठ कर गया। कहंदा केड़ी गल दा सिकंदर, साडा हुक्म ते कव्वे ते भी नहीं चलता, कम वक्त बिठ करके चला गया। केड़ी गल दा सिकंदर, केड़ी गल दा सिकंदर, साडा हुक्म ते कौवा भी नहीं मनता, बिठ कर गया। अज देखिया मौत ते मेरा हुक्म नहीं चलता। वैदां नूं कहंदा अद्धा राज, ये जितना सोना चांदी हीरे जवाहरात मैं ले जा रहा लुट के, अद्धे तुहाडे। मैनू सिर्फ 4 दिन की जिंदगी दे दो, मैं मां नाल वैदा कीता सी वापस आवांगा, उड़ीकदी होवेगी मैनू। वैद कहंदे ने सारा राज भी दे दें, सारी धन संपदा भी दे दें, असी 4 श्वासां दे च भी वादा नहीं कर सकते। उस दिन सिकंदर नूं पता चलिया, सब कुछ दे के भी जे 4 श्वास नहीं मिल सकते तो सारे श्वास तो मैं अजाई गवाए, इन्हां दी खातर गवाए। श्वासां दी कदर उस दिन पैंदी है जिस दिन आखिरी श्वास मूँह दे च रह जाता, उस तो पहले नहीं गए। एक आलम इसनों इंज कहता है, न देखने की तरह हमने जिंदगी देखी, चिराग बुझने लगा तो रोशनी देखे। जिंदगी दा दीवा बुझन लगया, अज पता चलिया जिंदगी गई, एवें चली गई, पौएं दे बाहर चली गई, अजाई चली गई। भरतरी कहंदा वासना दा पानी पा के मेरी मन रूपी मिट्टी नूं गुनिया, होर होर वासना वधा के, फिर उस गुनी हुई मिट्टी नूं तू चिंता दे चक्कर ते रखे, चक घुमदा। ते हे प्रभु तू जो है चक्कर नूं किवें घुमाया, दुख मांझ दुख होर। दुख कदी कल्ला नहीं आउंदा, कतई। सुख कल्ला आउंदा है, एक सुख दे पिछे दूजा सुख नहीं आउंदा, कतई नहीं आउंदा। दुनियावी सुख एक सुख दे पिछे दूजा सुख नहीं आउंदा, पर एक दुख दे पिछे दुखां दी बहुत वड्डी कतार आउंदी है, बहुत वड्डी लैन आउंदी है। गुस्ताखी माफ, सिर्फ उदाहरण मात्र। एक्सीडेंट हो गया किसी का, एक लत टुट गई है, हुण कोई सियाणा कहे चलो कोई नहीं, इको लत ही ते टुटी है, इन्ना ही दुख है। पर इस एक दुख दे पिछे जिंदगी भर हजारां दुखां दी लैन खड़ी है, जीवन भर दी मुथाजी खड़ी है। दुख तो एक है, पर एक दुख अपने पिछे बहुत सारे दुख खड़े कर देंदा है। दुख कदी कल्ला नहीं आउंदा, सुख कल्ला आउंदा है, कदी बगौर मुताला करके नहीं। भरतरी कहंदे दुख मांझ दुख हो, लाभ होत सांझ भोर। सवेरे तो लैके शाम तक ये दुखां दा जो लाभ आउंदा है, भाव दुख दे च होर दुख वधदे जांदे ने, होर दुख वधदे जांदे ने।
ਇਹ ਤੂੰ ਚਿੰਤਾ ਦੇ ਚੱਕਰ ਨੂੰ ਘੁਮਾਇਆ ਦੁੱਖ ਦੇ ਡੰਡੇ ਨਾਲ। ਦੁੱਖ ਵੱਧਦੇ ਗਏ, ਚਿੰਤਾ ਵੱਧਦੀ ਗਈ, ਚਿੰਤਾ ਵੱਧਦੀ ਗਈ, ਮਨ ਚੰਚਲ ਹੁੰਦਾ ਗਿਆ, ਘੁੰਮਦਾ ਗਿਆ। ਚਿੰਤਾਤੁਰ ਦਾ ਮਨ ਪਾਠ ਦੇ ਜੁੜੇਗਾ, ਚਿੰਤਾਤੁਰ ਦਾ ਮਨ ਕੀਰਤਨ ਦੇ ਜੁੜੇਗਾ। ਚਿੰਤਾਤੁਰ ਮਨੁੱਖ ਵਾਹਿਗੁਰੂ ਵਾਹਿਗੁਰੂ ਜਪੇਗਾ, ਉਹਦੀ ਜ਼ਬਾਨ ਜਪੇਗੀ, ਉਹਦਾ ਮਨ ਤੇ ਚਿੰਤਾ ਚ ਹੋਵੇਗਾ। ਚਿੰਤਾ ਬੜੀ ਤੇਜ਼ੀ ਨਾਲ, ਕਿਉਂ? ਦੁੱਖ ਦੇ ਚ ਹੋਰ ਦੁੱਖ ਪੈਦਾ, ਪਿਛਲੇ ਦੁੱਖ ਖਤਮ ਨਹੀਂ ਹੋਏ, ਨਵੇਂ ਦੁੱਖ ਜਨਮ ਲੈ ਰਹੇ। ਦੁੱਖ ਮਾਂਝ ਦੁੱਖ ਹੋਰ, ਲਾਭ ਹੋਤ ਸਾਂਝ ਬੋਰ, ਦੰਡ ਜੋਰ ਜੋਰ ਕਰ ਫੇਰੇ ਚਲ ਕਰੇ। ਅਤਰ ਮਿੱਤਰ ਗਲਬ ਪਰ ਗਲਬ ਕੋਲਾਲ ਵਿਦ, ਕੋਨੇ ਵਿਦ ਕਰੇ ਵਿਦ ਵੇ ਤੋ ਘਰੇ ਘਰੇ। ਫਿਰ ਉਸ ਘੁੰਮਦੇ ਹੋਏ ਚੱਕ, ਉਸ ਮੇਰੇ ਮਨ ਰੂਪੀ ਮਿੱਟੀ 'ਚ ਤੂੰ ਕੀ ਬਣਾਇਆ? ਕੁਛ ਮੇਰੇ ਮਿੱਤਰ ਬਣਾ ਦਿੱਤੇ, ਕੁਝ ਦੁਸ਼ਮਣ ਬਣਾ ਦਿੱਤੇ, ਕੋਈ ਭਰਾ ਬਣਾ ਦਿੱਤੇ, ਕੋਈ ਪੁੱਤਰ ਬਣਾ ਦਿੱਤੇ, ਕਿਧਰੇ ਪਤਨੀ ਬਣਾ ਦਿੱਤੇ, ਕਿਧਰੇ ਪਤੀ ਬਣਾ ਦਿੱਤਾ, ਕਿਧਰੇ ਮਾਂ ਬਣਾ ਦਿੱਤੀ, ਕਿਧਰੇ ਪਿਓ। ਇਹ ਸਭ ਮੇਰੇ ਮਨ 'ਚੋਂ। ਮਨ ਮੰਨੇ ਤੇ ਮਾਂ ਹੈ, ਨਹੀਂ ਤੇ ਨਹੀਂ ਹੈ। ਮਨ ਮੰਨੇ ਤੇ ਪਿਓ ਹੈ, ਵਰਨਾ ਨਹੀਂ ਹੈ। ਮਨ ਮੰਨੇ ਤੇ ਭਰਾ ਹੈ, ਵਰਨਾ ਕੀ ਭਰਾ ਹੈ? ਦੁਸ਼ਮਣ ਹੈ। ਮਨ ਮੰਨੇ ਤੇ ਪਤਨੀ ਹੈ, ਨਹੀਂ ਤੇ ਨਹੀਂ ਹੈ, ਤਲਾਕ ਹੈ। ਮਨ ਮੰਨੇ ਤੇ ਪੁੱਤਰ ਹੈ, ਨਹੀਂ ਤੇ ਨਹੀਂ ਹੈ, ਦਰਾੜ ਖੜੀ ਹੋ ਜਾਂਦੀ ਹੈ। ਸਾਰੇ ਮੇਰੇ ਮਨ ਦੀ ਮਨੋਤ ਹੈ। ਭਰਤਰੀ ਕਹਿੰਦਾ ਕਮਾਲ ਦੀ ਗੱਲ, ਮਨ ਨੇ ਪੁੱਤਰ ਨੂੰ ਵੀ ਮੰਨ ਲਿਆ, ਮਿੱਤਰ ਨੂੰ ਵੀ ਮੰਨ ਲਿਆ, ਪਤਨੀ ਨੂੰ ਵੀ ਮੰਨ ਲਿਆ, ਮਾਂ ਬਾਪ ਨੇ ਮੰਨ ਲਿਆ, ਇਸ ਮਨ ਨੇ ਤੈਨੂੰ ਨਹੀਂ ਮੰਨਿਆ। ਤੂੰ ਵੀ ਹੈ, ਨਹੀਂ ਮੰਨਿਆ। ਬੜੀ ਵੱਡੀ ਸਚਾਈ ਇਸ ਰਾਜਯੋਗੀ ਨੇ ਸਾਡੇ ਸਾਹਮਣੇ ਰੱਖ ਦਿੱਤੀ। ਮੰਨਿਆ ਨਹੀਂ ਪਰਮਾਤਮਾ ਨੂੰ, ਪਰਮਾਤਮਾ ਕੋਲੋਂ ਮੰਗਿਆ। ਮੰਗਣ ਦਾ ਸੰਬੰਧ ਹੈ। ਆਖੇ ਮੰਗੇ ਦੇਹ ਦੇ, ਦਾਤ ਕਰੇ ਦਾਤਾਰ। ਮੰਗਣ ਵਾਲੇ ਨੂੰ ਇਆਣਾ ਕਹਿੰਦੇ ਨੇ। ਵਾਸ਼ਨਾ ਗਰਸਿਆ ਮਨੁੱਖ, ਸਤਿਗੁਰੂ ਕਹਿੰਦੇ ਨੇ ਸਿਆਣਾ ਨਹੀਂ ਹੈ। ਮੰਮਾ ਮੰਗਨ ਹਾਰ ਇਆਣਾ, ਗੌੜੀ 52 ਅਖਰੀ ਮੱਲਾ ਪੰਜਵਾ। ਮੰਮਾ ਮੰਗਨ ਹਾਰ ਇਆਣਾ, ਦੇਨ ਹਾਰ ਦੇ ਰਹਿਓ ਸੁਜਾਨਾ। ਜੋ ਮੰਗੇ ਤੋ ਮੰਗੇ ਬੀਆ। ਜਦ ਵੀ ਮੰਗਦਾ ਇੱਕ ਪਰਮਾਤਮਾ ਨੂੰ ਛੱਡ ਕੇ ਬਾਕੀ ਸਭ ਕੁਝ ਮੰਗਦਾ ਬੀਆ, ਹੋਰ ਹੋਰ ਹੋਰ। ਪਰਮਾਤਮਾ ਨੂੰ ਨਹੀਂ ਮੰਗਦਾ। ਜੋ ਮੰਗੇ ਤੋ ਮੰਗੇ ਬੀਆ, ਜਾਂਤੇ ਕੁਸਲ ਨ ਕਬਹੋਂ ਥੀਆ। ਮੰਗਨ ਮੰਗ ਸੋ ਏਕੇ ਮੰਗ, ਗੁਰੂ ਅਰਜਨ ਦੇਵ ਜੀ ਮਹਾਰਾਜ। ਮੰਗਨ ਮੰਗ ਸੋ ਏਕੇ ਮੰਗ, ਨਾਨਕ ਜਾਂਤੇ ਪਰੇ ਪਰਾ। ਸਾਰੇ ਦੁੱਖ ਭੱਜ ਜਾਣ, ਚਲੇ ਜਾਣ, ਤੂੰ ਮੰਗਣਾ ਹੈ ਤੇ ਉਸ ਇੱਕ ਨੂੰ ਮੰਗ। ਇੱਕ ਨੂੰ ਤਾਂ ਮੰਗੇ ਜੇ ਇੱਕ ਨੂੰ ਮੰਨੇ, ਮੰਨਦਾ ਹੀ ਨਹੀਂ। ਇਸ ਚੱਕਰ 'ਚ ਨਾ ਪੈਣਾ। ਅਸੀਂ ਮੰਨਦੇ ਹਾਂ ਤਾਂ ਹੀ ਤੇ ਗੁਰਦੁਆਰੇ ਆਏ ਹਾਂ, ਕਥਾ ਕੀਰਤਨ ਸੁਣਨਾ। ਮੰਨਦੇ ਹਾਂ ਤਾਂ ਹੀ ਤੇ ਗੁਰਦੁਆਰਾ ਓਂਕਾਰੇਸ਼ਵਰ ਦੇ ਦਰਸ਼ਨ ਕਰਨ ਜਾਵਾਂਗੇ। ਮੰਨਦੇ ਹਾਂ। ਮਹਾਰਾਜ ਜੀ ਕਹਿੰਦੇ ਨੇ ਮੰਨਦੇ ਨਹੀਂ, ਮੰਗਦੇ ਨੇ। ਮੰਗਾਂ ਲੈ ਆਉਂਦੀਆਂ ਨੇ। ਮੈਂ ਤੇ ਅੱਜ ਤੱਕ ਇਹ ਹੀ ਦੇਖਿਆ। ਇਹ ਥੋੜ੍ਹੇ ਦਿਨ ਪਹਿਲੇ ਦੀ ਗੱਲ ਹੈ। ਫਿਰ ਮੈਂ ਆਪਣੇ ਅਜ਼ੀਜ਼ ਰਣਜੀਤ ਸਿੰਘ ਨੂੰ ਸਮਝਾਇਆ ਵੀ, ਇਸ ਤਰ੍ਹਾਂ ਦੀ ਦੁਆ ਨਾ ਕਰਿਆ ਕਰ। ਮੈਂ ਕਿਹਾ ਮੈਂ ਦੇਖ ਚੁੱਕਿਆ। ਦਿੱਲੀ ਦੇ 'ਚ ਇੱਕ ਸੱਜਣ ਮੈਨੂੰ ਕਹਿਣ ਲੱਗਾ, ਕਹਿੰਦੀ ਜੀ ਮੇਰੇ ਲਈ ਅਰਦਾਸ ਕਰੋ। ਮੈਂ ਕਿਹਾ ਮਨਿਸਟਰ ਤੇ ਤੁਸੀਂ ਹੋ, ਸਰਬ ਧਰਮ ਸੰਮੇਲਨ ਦੀ ਗੱਲ ਸੀ, ਮਨਿਸਟਰ ਤੇ ਤੁਸੀਂ ਹੋ। ਨਹੀਂ, ਨਿਰੀ ਮਨਿਸਟਰੀ ਨਾਲ ਕੀ ਹੁੰਦਾ ਹੈ? ਛੋਟੀ ਮੋਟੀ ਨਜ਼ਰਾਂ ਚੀਫ ਮਨਿਸਟਰ ਤੇ। ਉਦੋਂ ਇਲੈਕਸ਼ਨ ਹੋਣ ਵਾਲੇ ਸਨ। ਮੈਂ ਕਿਹਾ ਹੱਦ ਹੋ ਗਈ। ਮਨੁੱਖ ਜਿੱਥੇ ਵੀ ਹੈ, ਕਿਧਰੇ ਵੀ ਸੰਤੁਸ਼ਟ ਨਹੀਂ ਹੈ। ਕਾਰਨ ਵਾਸ਼ਨਾ ਉਸ ਨੂੰ ਦੇਖਦੀ ਨਹੀਂ ਜੋ ਹੈ। ਅਗਰ ਇਹੋ ਜਿਹਾਂ ਦਾ ਮਨੁੱਖ, ਇਸ ਤਰ੍ਹਾਂ ਦੇ ਮਨੁੱਖ ਵਾਸ਼ਨਾ ਗ੍ਰਸੇ ਮੰਦਰ ਮਸਜਿਦ ਗੁਰਦੁਆਰੇ ਦੇ ਚਲੇ ਜਾਂਦੇ ਨੇ, ਭਗਵਾਨ ਨੂੰ ਮੰਨਦੇ ਨਹੀਂ, ਭਗਵਾਨ ਕੋਲੋਂ ਮੰਗਦੇ ਨੇ। ਗੁਰੂ ਨੂੰ ਮੰਨਦੇ ਨਹੀਂ, ਗੁਰੂ ਕੋਲੋਂ ਮੰਗਦੇ ਨੇ। ਤੇ ਮੰਗਣ ਵਾਲੇ ਨੂੰ ਸਾਹਿਬ ਕਹਿੰਦੇ ਨੇ ਇਆਣਾ ਹੈ। ਸਿਆਣੀ ਮਾਂ ਉਹ ਹੁੰਦੀ ਜਿਹਨੂੰ ਪਤਾ ਇਸ ਮਾਸੂਮ ਬੱਚੇ ਨੂੰ ਕੀ ਚਾਹੀਦਾ, ਬਿਨਾਂ ਰੋਏ ਉਸ ਨੂੰ ਦੇ ਦੇਵੇ, ਬਿਨਾਂ ਮੰਗੇ ਉਸ ਨੂੰ ਦੇ ਦੇਵੇ। ਇਹ ਤੇ ਰੱਬ ਨੂੰ ਇਤਨਾ ਸਿਆਣਾ ਵੀ ਨਹੀਂ ਸਮਝਦੇ ਕਿ ਸਾਡੀਆਂ ਮੰਗਾਂ ਨੂੰ ਉਹ ਜਾਣਦਾ, ਸਾਡੀ ਲੋੜਾਂ ਨੂੰ ਉਹ ਜਾਣਦਾ।
ਆਪ ਦੀ ਗਿਆਤ ਲਈ ਅਰਜ਼ ਕਰਾਂ, ਇਸ ਦੇ ਵਿੱਚੋਂ ਵੀ ਇੱਕ ਹੋਰ ਨੁਕਤਾ ਸਾਹਮਣੇ ਆਇਆ। ਹਸਨ ਨਾਮ ਦਾ ਇੱਕ ਫਕੀਰ ਹੋਇਆ, ਹਜ ਕਰਨ ਜਾ ਰਿਹਾ ਸੀ, ਨਾਲ 3 ਚੇਲੇ। ਈਰਾਨ ਤੋਂ ਚੱਲੇ ਦਰ ਕਸਬੇ 'ਚ ਰਾਤ ਕੱਟਦੇ ਗਏ। ਦਿਨ ਭਰ 10-12 ਮੀਲ ਚਲੇ ਨੇ, ਸ਼ਾਮਾਂ ਪੈ ਗਈਆਂ। ਇੱਕ ਰੁੱਖ ਦੇ ਥੱਲੇ ਕੋਲ ਜਿਹੜੀ ਚਟਾਈ ਸੀ ਵਿਛਾਈ, ਬੈਠ ਗਏ। ਦੁਆ ਕੀਤੀ, ਨਮਾਜ਼ ਪੜ੍ਹੀ। ਸੂਰਜ ਢਲਣ ਲੱਗਾ ਤੇ ਨਿਯਮ ਸੀ ਇੱਕ ਹੁਣ ਪਿੰਡ ਦੇ 'ਚ ਜਾ ਕੇ ਭਿਕਸ਼ਾ ਮੰਗ ਕੇ ਲਿਆਏਗਾ। ਇੱਕ ਨੂੰ ਭੇਜਿਆ, ਜਾ ਤੂੰ ਭਿਕਸ਼ਾ ਮੰਗ ਕੇ ਲਿਆ। ਦਿਨ ਭਰ ਦੇ ਭੁੱਖੇ ਪਿਆਸੇ ਚਲੇ। ਪਿੰਡ ਦੇ ਵਡੇਰੇ ਦੀ ਮੌਤ ਹੋ ਗਈ ਸੀ। ਸਾਰਾ ਪਿੰਡ ਕਬਰਿਸਤਾਨ ਤੇ ਪਹੁੰਚਿਆ ਹੋਇਆ। ਘਰ ਦੇ 'ਚ ਕੋਈ ਖਾਣਾ ਨਹੀਂ ਬਣਿਆ ਸੀ। ਲਿਖਿਆ ਤੇ ਇੱਕ ਫਕੀਰ ਨੇ ਕਹਾਣੀ ਦੀ ਤਰ੍ਹਾਂ, ਪਰ ਸਚਾਈ ਹੈ। ਇਹ ਵਾਪਸ ਆਇਆ। ਹਸਨ ਕਹਿੰਦਾ ਹੈ, ਭਿਕਸ਼ਾ ਲੈ ਆਇਆ? ਕਹਿਣ ਲੱਗੇ, ਹਾਂ। ਕੀ ਹੈ ਭਿਕਸ਼ਾ? ਖਾਲੀ ਹੈ ਝੋਲੀ। ਪਿੰਡ ਦਾ ਮੁਖੀਆ ਮਰ ਗਿਆ, ਲੋਕੀ ਸਾਰੇ ਕਬਰਿਸਤਾਨ ਪਹੁੰਚੇ ਸਨ ਤੇ ਘਰ ਦੇ 'ਚ ਰੋਟੀ ਨਹੀਂ ਬਣੀ, ਬੀਬੀਆਂ ਨੇ ਨਹੀਂ ਬਣਾਈ। ਸੋਗ। ਹੁਣ ਰਾਤ ਨੂੰ ਜਦ ਸੌਂਦੇ ਸਨ ਤੇ ਦੁਆ ਕਰਕੇ, ਆਖਰੀ ਅਰਦਾਸ ਕਰਕੇ, ਤੇ ਦੁਆ ਕਰਨ ਦਾ ਢੰਗ ਇਹ ਸੀ, ਪਹਿਲੇ ਫਿਕਰੇ ਹਸਨ ਪੜ੍ਹਦਾ ਸੀ, ਨਾਲ ਫਿਰ ਚੇਲੇ ਬਾਅਦ 'ਚ ਪੜ੍ਹਦੇ ਸੀ। ਤੋ ਹਸਨ ਦੇ ਹੱਥ ਜੁੜ ਗਏ, ਇੰਜ ਮੁਸਲਮਾਨ ਲੋਕ ਹੱਥ ਜੋੜਦੇ ਨੇ, ਤੇ ਦੁਆ ਕੀਤੀ, ਐ ਖੁਦਾਵੰਦ ਤਾਲਾ, ਸਾਨੂੰ ਜੋ ਕੁਝ ਅੱਜ ਚਾਹੀਦਾ ਸੀ, ਨਾਲ ਚੇਲੇ ਪੜ੍ਹਦੇ ਨੇ, ਤੂੰ ਸਾਡੀ ਝੋਲੀ 'ਚ ਪਾ ਦਿੱਤਾ ਹੈ, ਤੇਰਾ ਲੱਖ ਲੱਖ ਸ਼ੁਕਰ। ਹੁਣ ਉਹਨਾਂ ਚੇਲਿਆਂ ਨੇ ਵੀ ਆਖਿਆ ਮਜਬੂਰੀ 'ਚ, ਤੂੰ ਸਾਡੀ ਝੋਲੀ 'ਚ ਪਾ ਦਿੱਤਾ ਹੈ। ਅੰਦਰੋਂ ਤੇ ਕਹਿੰਦੇ ਸਨ ਕਿ ਹੱਕ ਪਾਇਆ, ਨਿਰੀ ਭੁੱਖ ਤੇ ਨੰਗ ਪਾਈ ਹੈ। ਅੰਦਰੋਂ ਤੇ ਔਕੇ ਹੋ ਰਹੇ ਸਨ। ਪਰ ਹੁਣ ਚੂੰਕਿ ਉਹਨਾਂ ਦਾ ਮੁਰਸ਼ਦ ਜੋ ਕਹਿੰਦਾ ਪਿਆ, ਜੋ ਸਾਡੀ ਅੱਜ ਦੀ ਲੋੜ ਸੀ ਤੂੰ ਸਾਡੀ ਝੋਲੀ 'ਚ ਪਾ ਦਿੱਤੀ, ਤੇਰਾ ਲੱਖ ਲੱਖ ਸ਼ੁਕਰ। ਭੁੱਖੇ ਸੌਂ ਗਏ। ਦੂਜੇ ਦਿਨ ਫਜਰ ਨੂੰ ਫਿਰ ਚੱਲ ਪਏ। ਸ਼ਾਮਾਂ ਪੈ ਗਈਆਂ। ਰੁੱਖ ਦੇ ਥੱਲੇ ਚਟਾਈ ਵਿਛਾ ਕੇ ਨਮਾਜ਼ ਪੜ੍ਹੀ ਹੈ। ਦੂਜੇ ਨੂੰ ਭੇਜਿਆ, ਤੂੰ ਮੰਗ ਕੇ ਲਿਆ ਭਿਕਸ਼ਾ। ਉਹ ਗਏ ਨੇ ਪਿੰਡ 'ਚ। ਪਿੰਡ ਦੇ 'ਚ ਬੜਾ ਭਾਰੀ ਮੇਲਾ ਲੱਗਿਆ ਹੋਇਆ, ਬਹੁਤ ਵੱਡਾ ਮੇਲਾ। ਸਾਰੇ ਲੋਕ ਮੇਲੇ ਤੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਉੱਤੇ ਬਣੇ, ਤਰ੍ਹਾਂ ਤਰ੍ਹਾਂ ਦੇ ਰੰਗ ਤਮਾਸ਼ੇ, ਘਰ ਦੇ 'ਚ ਤਾਲੇ। ਕਿੱਥੋਂ ਮੰਗ ਕੇ ਲਿਆਵੇ? ਤੇ ਮੇਲੇ ਦੇ 'ਚ ਕਿਸ ਦੇ ਕੋਲ ਮੰਗੇ? ਖਾਲੀ ਆ ਗਏ। ਇੱਕ ਪਿੰਡ ਦੇ 'ਤੇ ਸੋਗ ਸੀ, ਸੋਗ ਕਰਕੇ ਬੰਦ। ਇੱਕ ਪਿੰਡ ਦੇ 'ਚ ਮੇਲ ਹੈ, ਖੁਸ਼ੀ ਕਰਕੇ ਘਰ ਬੰਦ। ਆਪ ਦੀ ਗਿਆਤ ਲਈ ਅਰਜ਼ ਕਰਾਂ, ਕਈਆਂ ਦੇ ਹਿਰਦੇ ਬੰਦ ਹੋ ਜਾਂਦੇ ਨੇ, ਰੁਕ ਜਾਂਦੇ ਨੇ ਧਰਮ ਦੇ ਮਾਰਗ ਤੇ ਦੁੱਖ ਕਰਕੇ। ਕਈ ਰੁਕ ਜਾਂਦੇ ਨੇ ਸੁੱਖ ਕਰਕੇ। ਕਈਆਂ ਨੂੰ ਸੁੱਖ ਇਤਨੇ ਬਹੁਤਾਤ ਦੇ 'ਚ ਮਿਲ ਗਏ ਨੇ, ਹਿਰਦੇ ਦੇ ਦੁਆਰ ਬੰਦ ਹੋ ਗਏ ਨੇ, ਮਜਾਲੇ ਅੰਦਰ ਬਾਣੀ ਨੂੰ ਜਾਣਦੇ ਨੇ। ਕਈਆਂ ਦੇ ਦੁੱਖ ਇਤਨੇ ਵੱਧ ਜਾਂਦੇ ਨੇ, ਸੋਗ, ਹਿਰਦੇ ਦੇ ਦਰਵਾਜ਼ੇ ਬੰਦ ਹੋ ਜਾਂਦੇ ਨੇ। ਮਜਾਲੇ ਆਸਾ ਦੀਵਾਰ ਦੀ ਇੱਕ ਪੰਕਤੀ ਅੰਦਰ ਚਲੀ ਜਾਏ, ਮਜਾਲੇ ਜਪਜੀ ਸਾਹਿਬ ਦੀ ਇੱਕ ਪੌੜੀ ਅੰਦਰ ਚਲੀ ਜਾਏ। ਇੱਥੇ ਮੇਲਾ ਹੀ ਮੇਲਾ ਸੀ, ਦੁਆਰ ਬੰਦ। ਵਾਪਸ ਆਇਆ। ਹਸਨ ਕਹਿੰਦਾ, ਲੈ ਆਇਆ ਕੁਛ? ਹਾਂ। ਕੀ? ਕੁਛ ਵੀ ਨਹੀਂ। ਇੱਥੇ ਮੇਲਾ ਲੱਗਿਆ ਹੋਇਆ ਸੀ। ਘਰ ਸਾਰੇ ਹੀ ਬੰਦ ਸਨ, ਲੋਕੀ ਮੇਲੇ ਦੇਖਣ ਗਏ। ਉੱਥੇ ਬੜੀ ਰੌਣਕ। ਤੇ ਹੁਣ ਉੱਥੇ ਮੈਂ ਕਿਸ ਕੋਲ ਮੰਗਾ? ਬਣੀ ਹੋਈ ਰੋਟੀ ਮੰਗਣੀ ਸੀ। ਉੱਥੇ ਤਰ੍ਹਾਂ ਤਰ੍ਹਾਂ ਦੇ ਪਕਵਾਨ ਲੋਕੀ ਖਾ ਰਹੇ। ਹਸਨ ਨੇ ਕਿਹਾ, ਅੱਛਾ ਠੀਕ ਹੈ, ਦੁਆ ਕਰੀਏ ਤੇ ਸੌਂ ਜਾਈਏ। ਹੁਣ ਦੁਆ ਹਸਨ ਕਰਨ ਲੱਗਾ, ਐ ਮੇਰੇ ਪਰਵਰਦਿਗਾਰ, ਜੋ ਕੁਛ ਅੱਜ ਚਾਹੀਦਾ ਸੀ ਤੂੰ ਸਾਡੀ ਝੋਲੀ 'ਚ ਪਾ ਦਿੱਤਾ, ਤੇਰਾ ਲੱਖ ਲੱਖ ਸ਼ੁਕਰ। ਚੇਲਿਆਂ ਨੇ ਸਾਫ਼ ਇਨਕਾਰ ਕਰ ਦਿੱਤਾ, ਇਹ ਦੁਆ ਸੀ ਨਹੀਂ ਕਰਨੀ। ਐ ਖੁਦਾ, ਅੱਜ ਤੋਂ ਸਾਡੀ ਝੋਲੀ 'ਚ
ਉਹ ਬਿਲਕੁਲ ਨਹੀਂ ਪਾਇਆ ਜੋ ਸਾਡੀ ਲੋੜਾਂ ਸਨ। ਹਸਨ ਕਹਿੰਦਾ ਦਿਖਾਈ ਨਹੀਂ ਦਿੰਦਾ ਤੁਹਾਨੂੰ, ਜਿਹੜੀ ਸਾਡੀ ਲੋੜ ਸੀ ਉਹੀ ਤੇ ਪਾਇਆ ਹੈ। ਝੋਲੀ ਤੇ ਖਾਲੀ ਹੈ, ਭੁੱਖ ਪਾਈ ਹੈ ਤੁਹਾਡੀ ਝੋਲੀ 'ਚ ਕਿ ਨਹੀਂ? ਹਾਂ, ਭੁੱਖ ਤੇ ਪਾਈ ਹੈ। ਇਹ ਭੁੱਖ ਦੀ ਲੋੜ ਸੀ। ਕੁਛ ਅਨੁਭਵ ਭੁੱਖ ਤੋਂ ਬਿਨਾਂ ਨਹੀਂ ਜਾਗਦੇ, ਕੁਛ ਗੱਲਾਂ ਦਾ ਪਤਾ ਭੁੱਖ ਤੋਂ ਬਿਨਾਂ ਨਹੀਂ ਲੱਗਦਾ। ਜੋ ਆਪ ਕਦੀ ਭੁੱਖਾ ਨਹੀਂ ਰਿਹਾ, ਕਿਸੇ ਭੁੱਖੇ ਤੇ ਤਰਸ ਨਹੀਂ ਕਰ ਸਕਦਾ, ਨਹੀਂ ਕਰ ਸਕਦਾ। ਕਈ ਦਫਾ ਬਹੁਤ ਭੁੱਖੇ ਮਨੁੱਖ ਨੂੰ ਜਿਸ ਢੰਗ ਨਾਲ ਲੋਕੀ ਤਾੜਨਾ ਕਰ ਦਿੰਦੇ ਨੇ, ਉਥੋਂ ਕਹਿਣਾ ਪੈਂਦਾ ਕਦੀ ਆਪ ਭੁੱਖੇ ਨਹੀਂ ਰਹੇ। ਹਸਨ ਨੇ ਕਿਹਾ ਸਾਡੀ ਲੋੜ ਸੀ, ਇਹ ਸਾਡੀ ਲੋੜ ਸੀ। ਸਾਨੂੰ ਪਤਾ ਚੱਲਿਆ ਭੁੱਖ ਕੀ ਹੈ, ਕਿਸੇ ਭੁੱਖੇ ਨਾਲ ਫਿਰ ਸਾਡਾ ਕੀ ਵਤੀਰਾ ਹੋਣਾ ਚਾਹੀਦਾ। ਇਹ ਸਾਨੂੰ ਭੁੱਖ ਨੇ ਸਿੱਖਿਆ ਦੇਣੀ ਹੈ, ਕਿਸੇ ਹੋਰ ਨੇ ਨਹੀਂ ਦੇਣੀ। ਸਿਆਣੇ ਬੰਦੇ ਇਸ ਤਰ੍ਹਾਂ ਸਮਝਦੇ ਨੇ ਜੋ ਕੁਝ ਵੀ ਝੋਲੀ ਦੇ 'ਚ ਪਿਆ ਸਾਡੀ ਲੋੜ ਹੈ, ਪਰਮਾਤਮਾ ਨੇ ਦਿੱਤਾ ਹੈ, ਸਾਡੀ ਲੋੜ ਹੈ, ਉਸੇ ਸੰਤੁਸ਼ਟ ਹੋ ਜਾਂਦੇ ਨੇ। ਪਰ ਵਾਸ਼ਨਾ ਸਦਾ ਉਸ ਨੂੰ ਦੇਖਦੀ ਹੈ ਜੋ ਨਹੀਂ ਹੈ। ਸਰੀਰ ਦਾ ਇੱਕ ਦਿਨ ਅੰਤ ਹੋ ਜਾਂਦਾ, ਵਾਸ਼ਨਾ ਦਾ ਅੰਤ ਹੁੰਦਾ ਨਹੀਂ। ਉਹ ਵਾਸ਼ਨਾ ਅਗਲਾ ਜਨਮ ਕਰਾ ਦਿੰਦੀ ਹੈ। ਗੋਬਿੰਦ ਮਿਲਣ ਦੀ ਇੱਕ ਵਾਰੀ ਮਿਲੀ ਸੀ, ਜੀਵਨ ਮਿਲਿਆ ਸੀ ਪਰਮ ਜੀਵਨ ਦੀ ਪ੍ਰਾਪਤੀ ਲਈ। ਜੀਵਨ ਮਿਲਿਆ ਸੀ ਗੋਬਿੰਦ ਦੇ 'ਚ ਲੀਨ ਹੋਣ ਲਈ, ਫਿਰ ਸੰਸਾਰ ਦੇ 'ਚ ਲੀਨ ਹੋਣ ਵਾਸਤੇ ਆ ਗਿਆ, ਫਿਰ ਪਰਿਵਾਰ ਦਾ ਹਿੱਸਾ ਬਣ ਗਿਆ, ਫਿਰ ਪਦਾਰਥਾਂ ਦਾ ਹਿੱਸਾ ਬਣ ਗਿਆ। ਜਮ ਜਮ ਮਰੇ ਮਰੇ ਫਿਰ ਜੰਮੇ, ਬਹੁਤ ਸਜ਼ਾਏ ਪਿਆ ਦੇ ਸਲਮੇ। तो जीवन खास करके मन ये जीवात्मा परिवार का हिस्सा नहीं है, पदार्थ का हिस्सा नहीं है, संसार का हिस्सा नहीं है। इते मन तू जोत स्वरूप है, अपना मूल पछाण। ये जोत स्वरूप दे च लीन हो सकती है, संसार दे च नहीं। इस वास्ते चंगा परिवार है मनुख दुखी है, चंगा कारोबार है मनुख परेशान है, संसार दियां सारी लोड़ां दी पूर्ति है फिर भी चिंतातुर है। क्यों? ये सजाती मेल होंदा है, विजाती मेल नहीं होंदा। मन परमात्मा दे च लीन होके पूर्ण होंदा है, उंज नहीं। परिवार दे च लीन होके नहीं। चंगे तो चंगे परिवार वाले दुखी मिलणगे, चंगे तो चंगे कारोबार वाले रोंदे पिटदे मिलणगे, चंगे तो चंगे ऐशो इशरत दे जीण वाले मनुख महान चिंतातुर दिसणगे। ये भी मैं अर्ज करदा, इस चक्कर च किधर ना पै जाना। कारण सजाती मेल हो सकता है, विजाती मेल नहीं हो सकता। मन इन्हां दे च लीन नहीं हो सकता। जिन्ने चिर तक सजाती मेल नहीं होंदा, गोबिंदी अंश है। कहो कबीर ए राम की अंश, जस का गद पर मिटे न मनस। क्यों नहीं है राम दी अंश, राम दे च लीन होंदी? वासना। ते वासना क्यों पैदा हुई? शरीर दियां लोड़ां नूं मन अपनी लोड़ां समझ लैंदा। ये भी मैं अर्ज कर रहा, जबकि शरीर दी लोड़ां मन दियां लोड़ां नहीं ने। एक निक्का जिहा उदाहरण देख के मैं समाप्ति करा। जैसे भुख लगी है, भुख शरीर नूं लगी है, मन नूं नहीं। मैं 2 रोटियां खा लईयां, 3 रोटियां खा लईयां, भुख ते मिट गई। पर मन कहंदा होर खा, स्वाद ते आउंदा पिया, होर खा। तन दी लोड़ पूरी हो गई। तन दी लोड़ नूं मन ने अपनी लोड़ बना लिया। हुण भावें 4 खा लवे, 6 खा ले, मन ते तृप्त होएगा नहीं, नहीं होएगा, क्योंकि उसकी लोड़ नहीं। वासना किसनूं कहंदे ने? तन दियां लोड़ां नूं मन अपनी लोड़ बना लैंदा है, वो वासना बन जाती है। कारण मन तृप्त नहीं होंदा। मन दी लोड़ कुछ होर है, मन दी लोड़ गोबिंद है। गोबिंद मिलन की ए तेरी वरिया। मन तू जोत स्वरूप है, अपना मूल पहचान। और जब कोई पहचान कर लेंदा है, गुरु तो समझ आ जाती है। गुर किरपा जै नरको कीनी ते ए जुगत पछानी। नानक लीन भयो गोबिंद स्यों, ज्यों पानी संग पाने। इस पर करण मैं अज पूरा करना चाहता सी, नहीं होया, मेरे कोल समा हो गया। 4 तरीक रात नूं जद इत्थे सारे गुरु के कीर्तनिया ने कीर्तन करना, उस तो पहले दास कथा करदा हुंदा। मैं उस दिन इसनों परसों संपूर्ण करन दी
कोशिश करांगा सतगुरु मैनू समर्था देन, ताकत देन, इस प्रकरण नूं मैं पूरा कर सकां। बाकी फुटकर प्रोग्राम गुरुद्वारियां च भिन्न भिन्न चलने ने। अज शाम का दीवान, कल सवेरे का गुरुद्वारा ओंकारेश्वर साहब दे धन गुरु नानक देव जी महाराज के मुबारक चरण ते मुबारक बाणी उत्थे उचारण हुई है, तिरंगा मौजूद ने। मेरे नाल दे कई साथियों ने ऐसा अनुभव किया है, उत्थे बैठ के मन जुड़ता है, पता नहीं आनंद मिलता है। तो ऋषि मुनिया दियां तिरंगा, धन गुरु नानक देव जी महाराज की वाइब्रेशन जो उत्थे मौजूद है, तिरंगा मौजूद ने, वो अंदौलत करदियां ने, प्रभावित करदियां ने। मैं भी खुद ऐसा महसूस किया है उत्थे। तो आप पहुँचने की कृपालता करनी। शाम नूं जे थेमली साहब हर साल वड्डा दीवान सजदा है, उस विच दास इस प्रकरण नूं धन गुरु ग्रंथ साहब जी महाराज की दिती बख्शिश किरपा का सदका संपूर्ण करने की कोशिश करेगा। गुर किरपा जै नर को कीनी, ते ए जुगत पछाने, नानक लीन भयो गोबिंद स्यों, ज्यों पाने संग पाने। इत्थे ही समाप्ति। वाहिगुरू जी का खालसा।